ਵਾਹਿਗੁਰੂ ਵਾਹਿਗੁਰੂ। ਸਵਸਤੀ ਸ੍ਰੀ ਗੁਰੂ ਨਾਨਕੋ ਵਿਜਯਤੇ ਵੰਦੇ ਗੁਰੁਮ ਨਾਨਕਮ। ਗੋਪਿਓ ਹਮ ਗੁਰੂ ਨਾਨਕੇਨ ਸਤਤਮ ਸ੍ਰੀ ਨਾਨਕਾਯ ਓਮ ਨਮః। ਨਾਨਿਓ ਮੇ ਗੁਰੂ ਨਾਨਕਾਦ ਗੁਰੂਵਰः श्री नानकस्यास्म्यहं दासः सद्गुरु नानके मम रतिस्त्रायस्व माम नानक। यो वन्द्यः खलु पापनाशनपरो धेयो जनैः सर्वदा श्लाघ्यो वै भुवि पण्डितैश्च सुखदो धीदोषः धर्मदः। भक्तानामपि वाञ्छितादिफलदः श्रद्धावतां धीमतां वन्दे तं गुरुनानकादिरचितं ग्रन्थसाहबं पावनं। स्वदेशजात्यैः हितमादिसद्भिर्कथं विधेयं चरितं निजस्य प्रादर्शितदयेन्महात्मना तम्। श्री गुरु गोबिंद सिंहम गुरुमाश्रयामः। कहाँ बुद्ध प्रभ तुच्छ हमारी वर्ण सकै महिमा जो तिहारी। हम न सख्त कर सिफत तुम्हारी आप ले हो तुम कथा सुधारी। मूक ऊच रह शास्त्र खट पिंग गिरन चढ़ जाए। अंध लखै बदरो सुनै जाओ काल कृपा कराए। जेता जियो पिंड सब तेरा तू अंतर जामी पुरख भगवान। दासन दास कह जन नानक जेहा तू कराए है तेहा हो करी वख्या। सतनाम श्री वाहेगुरु साहिब जियो। जैसे जलते बुदबुदा उपजै बिन सैनीत। जग रचना तैसे रची कहो नानक सुन मीत। पतत पावन भगत वत्सल किरपा दे किसाने साहिबे कमाल चबर छत्र तख्त दे मालक धन सतगुरु श्री गुरु ग्रंथ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਕਰਕੇ ਇਸ ਮਹਾਨ ਪਾਵਨ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸਨਮਾਨਨੀय ਸ਼੍ਰੀਮਾਨ ਸੰਤ ਬਾਬਾ ਹਰਚਰਨ ਸਿੰਘ ਜੀ ਉਹਨਾਂ ਦੇ ਉਦਮ ਪ੍ਰਸ਼ਾਰਥ ਤੇ ਆਪ ਸੰਤਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ परम तपस्वी परम महान वीतराग श्रीमान संत बाबा आनंद सिंह जी, परम आदरणीय परम श्रद्धे श्रीमान संत बाबा ईश्वर सिंह जी महाराज जी की पावन सालाना याद विच ये जो महान गुरभगती शब्द जाप दे समागम आप संगतां आनंद माणदे हो। इस बार भी महापुरुषां दे उस चली हुई मर्यादा का पालन करते हुए इस बार जो समागम है धन सतगुरु श्री गुरु तेग बहादुर महाराज जी की पावन जो 407 ताला प्रकाश पर्व शताब्दी आ रही है, उस शताब्दी को समर्पित ये समागम आरंभे हैं, जिन्हां दे अंदर इस बार महापुरुषों ने धन गुरु तेग बहादुर महाराज जी का पावन जीवन चरित्र ਅਤੇ सतगुरां की पावन मुखार बिंद उच्चारण की हुई बाणी इस विषय ते अलग अलग
ਮਹਾਨ ਸ਼ਖਸੀਅਤਾਂ, ਰਾਗੀ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ਾਂ ਨੂੰ ਆਪ ਜੀ ਦੇ ਵਿੱਚ ਬੁਲਾ ਕਰਕੇ ਹਰ ਰੋਜ਼ ਬੜਾ ਆਨੰਦ ਵਰਤਾਇਆ ਹੋਇਆ ਹੈ। ਹੁਣ ਇਹਨਾਂ ਦਿਨਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਜੋ ਸ਼ਲੋਕ ਹਨ 9ਵੇਂ ਮਹੱਲੇ ਦੇ, ਉਹਨਾਂ ਦੇ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਕੱਲ੍ਹ ਤੱਕ ਆਪ ਜੀ ਨੇ 24 ਸ਼ਲੋਕਾਂ ਦੀ ਕਥਾ ਸਰਵਣ ਕੀਤੀ ਹੈ। ਅੱਜ ਤੇ ਕੱਲ੍ਹ 2 ਦਿਨ ਆਪਾਂ ਨੂੰ ਮਹਾਂਪੁਰਸ਼ਾਂ ਨੇ ਸਮਾਂ ਬਖਸ਼ਿਆ ਹੈ ਅਤੇ ਇਸ ਦੇ ਅੰਦਰ ਆਪਾਂ ਅੱਗੇ ਵਾਲੇ 12 ਸ਼ਲੋਕਾਂ ਦੀ ਵਿਚਾਰ ਕਰਨੀ ਹੈ 25 ਤੋਂ 36 ਨੰਬਰ ਤੱਕ। ਸੋ ਆਪ ਸੰਗਤਾਂ ਧੰਤਾ ਦੇ ਯੋਗ ਹੋ ਜੋ ਐਸੀ ਪਾਵਨ ਅੰਮ੍ਰਿਤਮਈ ਗੁਰਬਾਣੀ ਆਪ ਜੀ ਨੂੰ ਸਰਵਣ ਕਰਨ ਵਾਸਤੇ ਪ੍ਰਾਪਤ ਹੋ ਰਹੀ ਹੈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਜਿਹੜੇ ਜੀਵ ਇਸ ਪਾਵਨ ਗੁਰਬਾਣੀ ਦੇ ਨਾਲ ਜੁੜ ਜਾਂਦੇ ਹਨ, ਇਹ ਖਸਮ ਕੀ ਬਾਣੀ ਹੈ, ਇਹ ਪ੍ਰਭੂ ਦੀ ਬਾਣੀ ਹੈ। ਇਹ ਗੁਰਬਾਣੀ ਐਸੀ ਹੈ ਜਿਸ ਨੂੰ ਬਾਣੀ ਦੇ ਨਾਲ ਨਾਲ ਗੁਰੂ ਦਾ ਦਰਜਾ ਪ੍ਰਾਪਤ ਹੈ। ਬਾਣੀ ਗੁਰੂ ਹੈ ਬਾਣੀ, ਬਾਣੀਆਂ ਸਿਰ ਬਾਣੀ ਹੈ। ਇਸੇ ਕਰਕੇ ਇਹਨੂੰ ਬਾਣੀਆਂ ਸਿਰ ਬਾਣੀ, ਸ਼੍ਰੋਮਣੀ ਬਾਣੀ, ਗੁਰੂ ਰੂਪ ਬਾਣੀ, ਭਾਵ ਇਹ ਬਾਣੀ ਦੇ ਰੂਪ ਵਿੱਚ ਆਪਾਂ ਗੁਰੂ ਦੇ ਹੀ ਦਰਸ਼ਨ ਕਰ ਸਕਦੇ ਹਾਂ। ਪਰ ਗੁਰਬਾਣੀ ਗੁਰੂ ਦੇ ਦਰਸ਼ਨ ਕਿਸ ਤਰ੍ਹਾਂ ਕਰਾਉਂਦੀ ਹੈ? ਕਿਉਂਕਿ ਗੁਰਬਾਣੀ ਸ਼ਬਦ ਹੈ ਅਤੇ ਸ਼ਬਦ ਦਾ ਦਰਸ਼ਨ ਅੱਖਾਂ ਨਾਲ ਨਹੀਂ ਹੋ ਸਕਦਾ ਹੈ ਅੱਖਾਂ ਨਾਲ, ਪਰ ਇਹਨਾਂ ਨਾਲ ਨਹੀਂ। ਜਿਹੜੀਆਂ ਆਪਾਂ ਅੱਖਾਂ ਲੈ ਕੇ ਆਏ ਹਾਂ, ਇਹਨਾਂ ਨਾਲ ਰੂਪ ਦਾ ਦਰਸ਼ਨ ਹੋ ਸਕਦਾ ਹੈ, ਸ਼ਬਦ ਦਾ ਦਰਸ਼ਨ ਨਹੀਂ ਹੋ ਸਕਦਾ। ਉਹ ਕਿਹੜੀਆਂ ਅੱਖਾਂ ਨੇ? ਉਹ ਸਤਿਗੁਰੂ ਜੀ ਆਪ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ, ਭਾਵ ਉਹ ਅੱਖਾਂ ਅਲੱਗ ਹਨ। ਇਹ ਵਾਲੀਆਂ ਚਰਮ ਚਕਸ਼ੂ ਜਿਹੜੇ ਹਨ, ਜਿਹੜੇ ਆਪਾਂ ਹੁਣ ਜਿਨ੍ਹਾਂ ਨਾਲ ਦੇਖਦੇ ਹਾਂ, ਇਹਨਾਂ ਨਾਲ ਗੁਰਬਾਣੀ ਦੇ ਦਰਸ਼ਨ ਆਪਾਂ ਨਹੀਂ ਕਰ ਸਕਦੇ, ਕਿਉਂਕਿ ਗੁਰਬਾਣੀ ਸ਼ਬਦ ਹੈ। ਸ਼ਬਦ ਕੰਨਾਂ ਨਾਲ ਸਰਵਣ ਹੁੰਦਾ ਹੈ। ਇਹ ਸਰਵਣ ਦਰਸ਼ਨ ਹੋ ਸਕਦੇ ਹਨ ਕੰਨਾਂ ਦੇ ਨਾਲ। ਅਤੇ ਆਪਾਂ ਯਤਨ ਕਰੀਏ ਕਿ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਜੋ ਦਰਸ਼ਨ ਹਨ, ਇਹਨਾਂ ਬਾਹਰ ਵਾਲੀਆਂ ਅੱਖਾਂ ਨਾਲ ਵੀ ਕਰਦੇ ਹਾਂ, ਪਰ ਅੰਦਰ ਵਾਲੇ ਜੋ ਸਾਡੇ ਚਕਸ਼ੂ ਹਨ, ਜਿਨ੍ਹਾਂ ਦੀ ਗੱਲ ਸਤਿਗੁਰੂ ਜੀ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾ ਪੀਰੀ, ਉਹ ਅੱਖਾਂ ਸਾਨੂੰ ਪ੍ਰਾਪਤ ਹੋ ਜਾਣ। ਉਹ ਅੱਖਾਂ ਕਿਵੇਂ ਪ੍ਰਾਪਤ ਹੋ ਸਕਦੀਆਂ ਨੇ? ਉਹ ਗੁਰੂ ਸ਼ਰਨ ਵਿੱਚ ਆ ਕਰਕੇ, ਗੁਰੂ ਦੇ ਉੱਤੇ ਸ਼ਰਧਾ ਧਾਰਨ ਕਰਕੇ, ਗੁਰੂ ਸ਼ਰਨਿਧੀ ਵਿੱਚ ਆ ਕਰਕੇ, ਸੰਗਤ ਵਿੱਚ ਬੈਠ ਕਰਕੇ ਪ੍ਰਾਪਤ ਹੋ ਸਕਦੀਆਂ ਹਨ। ਆਪਾਂ ਸਾਰੇ ਯਤਨ ਕਰੀਏ ਕਿ ਜੋ ਅੱਜ ਪਾਵਨ ਆਪਾਂ ਵਿਚਾਰ ਕਰਨੀ ਹੈ, ਸਾਰੇ ਹੀ ਆਪਣੀਆਂ ਚਿੱਤ ਬ੍ਰਿਤੀਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋੜੀਏ ਅਤੇ ਇੱਕ ਵਾਰ ਸਾਰੇ ਆਪਾਂ ਉਚਾਰਨ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ। ਪਾਵਨ ਜੋ ਸ਼ਲੋਕ ਹੈ ਆਪ ਜੀ ਨੇ ਸਰਵਣ ਕੀਤਾ ਹੈ 25 ਨੰਬਰ ਵਾਲਾ ਸ਼ਲੋਕ, ਜੈਸੇ ਜਲ ਦੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਜਿੰਨੀ ਵੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਵह ਰਾਗਮਈ ਹੈ। ਸੰਸਾਰ ਦੀ ਨਸ਼ਵਰਤਾ, ਸੰਸਾਰ ਦਾ ਮਿਥਿਆਤਵ, ਸੰਸਾਰ ਦਾ ਝੂਠਾਪਨ, ਇਹਦੇ ਵਿੱਚ 2 ਚੀਜ਼ਾਂ ਧੰਨ ਗੁਰੂ ਸੱਚੇ ਪਾਤਸ਼ਾਹ ਸਿੱਧ ਕਰਦੇ ਆ। ਜਿੱਥੇ ਵੀ ਸੰਸਾਰ ਦਾ ਮਿਥਿਆਤਵ ਸਿੱਧ ਹੋਏਗਾ, ਉੱਥੇ ਪਰਮਾਤਮਾ ਦਾ ਸਤਿਤ ਚਿੱਤ ਆਨੰਦ ਸਰੂਪ ਸਿੱਧ ਹੋ ਜਾਏਗਾ। 2 ਹੀ ਚੀਜ਼ਾਂ ਹਨ, ਇੱਕ ਸਤ ਹੈ, ਦੂਜੀ ਅਸਤ ਹੈ। ਅਤੇ ਜਦੋਂ ਆਪਾਂ ਨੂੰ ਸਤ ਅਤੇ ਅਸਤ ਦਾ ਨਿਸ਼ਚੈ ਹੋ ਜਾਏਗਾ, ਅਤੇ ਇਹ ਹੀ ਵਿਵੇਕ ਦੀ ਨਿਸ਼ਾਨੀ ਹੈ, ਇਹ ਹੀ ਵਿਵੇਕ ਦਾ ਸਰੂਪ ਹੈ। ਸਤ ਅਤੇ ਅਸਤ ਦਾ ਨਿਸ਼ਚੈ ਹੋ ਜਾਣਾ ਹੀ ਵਿਵੇਕ ਹੈ। ਲੇਕਿਨ ਇਹ ਵਿਵੇਕ ਪ੍ਰਾਪਤ ਕਿੱਥੋਂ ਹੁੰਦਾ ਹੈ? ਵਿਵੇਕ ਬੁੱਧ ਸਤਿਗੁਰ ਤੇ ਪਾਈ। ਵਿਵੇਕ ਬੁੱਧੀ ਦੀ ਪ੍ਰਾਪਤੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਹੁੰਦੀ ਹੈ। ਜਦੋਂ ਆਪਣੀ ਬੁੱਧੀ ਵਿਸ਼ੇ ਦਾ ਚਿੰਤਨ ਕਰਦੀ ਹੈ, ਉਹ
ਵਿਸ਼ੇ ਵਾਲੀ ਜਿਹੜੀ ਬੁੱਧੀ ਹੈ ਉਸ ਦਾ ਪਹਿਲੇ ਅਭਾਵ ਹੋਏਗਾ। ਉਸ ਦਾ ਅਭਾਵ ਕਿਸਨੇ ਕਰਨਾ ਹੈ? ਕਹੋ ਕਬੀਰ ਬੁੱਧ ਹਰ ਲਈ ਮੇਰੀ। ਪਹਿਲਾਂ ਉਸ ਬੁੱਧੀ ਦਾ ਅਭਾਵ ਹੋਏਗਾ ਤਾਂ ਹੀ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋਏਗੀ। ਉਹ ਬੁੱਧੀ ਵੀ ਕਹਿੰਦੇ ਗੁਰੂ ਨੇ ਹੀ ਹਰਨ ਕਰਨੀ ਹੈ। ਗੁਰੂ ਨੇ ਉਹ ਬੁੱਧੀ ਸਾਡੇ ਕੋਲ ਲੈ ਲੈਣੀ ਹੈ ਅਤੇ ਵਿਵੇਕ ਬੁੱਧੀ ਸਾਨੂੰ ਦੇ ਦੇਣੀ ਹੈ। ਪਰ ਉਸ ਵਿਧੀ ਵੱਲ ਜਾਣਾ ਪਏਗਾ ਨਾ, ਜਿਸ ਵਿਧੀ ਨਾਲ ਆਪਾਂ ਗੁਰੂ ਚਰਨਾਂ ਵਿੱਚ ਜਾ ਕੇ ਚੀਜ਼ਾਂ ਪ੍ਰਾਪਤ ਕਰ ਸਕਦੇ ਹਾਂ। ਵਿਧੀ ਚਾਹੀਦੀ ਹੈ। ਗੁਰੂ ਸ਼ਰਨ ਵਿੱਚ ਜਾਣ ਦੀ ਵਿਧੀ ਹੈ, ਬੜੀ ਲੰਬੀ ਹੈ, ਵਿਚਾਰ ਤੇ ਇੰਨੀ ਛੇਤੀ ਨਹੀਂ ਹੋ ਸਕਦੀ। ਪਰ ਸੰਖੇਪ ਨਾਲ ਇਹ ਹੈ ਕਿ ਜਦੋਂ ਆਪਾਂ ਗੁਰੂ ਕੋਲੋਂ ਵਿਵੇਕ ਬੁੱਧ ਪ੍ਰਾਪਤ ਕਰਨੀ ਨਾ, ਉਹਦੇ ਕੁਝ ਸਾਧਨ ਆ, ਉਹਦੇ ਕੋਈ ਸਟੈਪ ਹੈ, ਇੱਕਦਮ ਨਹੀਂ। ਪਹਿਲਾਂ ਆਪਾਂ ਨੂੰ ਕਰਮ ਕਰਨਾ ਪਏਗਾ, ਫਿਰ ਕਰਮ ਦੇ ਬਾਅਦ ਉਪਾਸਨਾ ਕਰਨੀ ਪਏਗੀ। ਅਤੇ ਦੋ ਚੀਜ਼ਾਂ ਕਰਾਂਗੇ ਨਾ ਆਪਾਂ, ਪਹਿਲਾਂ ਕਰਮ ਅਤੇ ਉਪਾਸਨਾ, ਉਹਦੇ ਨਾਲ ਸਾਡਾ ਮਲ ਅਤੇ ਵਿਖੇਪ, ਸਾਡੇ ਅੰਦਰ ਦੋ ਦੋਸ਼ ਜਿਹੜੇ ਉਹਨਾਂ ਦੀ ਨਿਵਰਤੀ ਜਦੋਂ ਹੋਏਗੀ। ਵਿਖੇਪ ਦਾ ਅਰਥ ਚੰਚਲਤਾ ਹੈ, ਮਲ ਦਾ ਅਰਥ ਪਾਪ ਹੈ, ਸੰਸਕਾਰਾਂ ਦੀ ਮੈਲ, ਅਵਿਦਿਆ ਦੀ ਮੈਲ। ਇਹ ਦੋ ਚੀਜ਼ਾਂ ਸਾਡੀਆਂ ਜਦੋਂ ਨਾਸ਼ ਹੋਣਗੀਆਂ ਅਤੇ ਫਿਰ ਉਸ ਤੋਂ ਬਾਅਦ ਸਾਨੂੰ ਗੁਰੂ ਸ਼ਰਨ ਪ੍ਰਾਪਤ ਹੋਏ ਤਾਂ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਉਹ ਕਾਹਦੇ ਵਾਸਤੇ ਹੈ? ਵਿਵੇਕ ਬੁੱਧੀ ਨਿਸ਼ਚੈ ਕਰਦੀ ਹੈ ਸੱਤ ਅਤੇ ਅਸੱਤ ਦਾ। ਅਤੇ ਜਦੋਂ ਸੱਤ ਅਸੱਤ ਦਾ ਨਿਰਣੇ ਹੋ ਜਾਏ, ਵਿਵੇਕ ਆ ਜਾਏ, ਫਿਰ ਵੈਰਾਗ, ਵੈਰਾਗ ਦੇ ਬਾਅਦ ਖਟ ਸੰਪੱਤੀ, ਫਿਰ ਮੁਮੁਕਸ਼ਤਾ। ਅਤੇ ਜਦੋਂ ਇਹ ਚਾਰ ਸਾਧਨ ਸਾਡੇ ਅੰਦਰ ਆਉਣਗੇ ਨਾ, ਵਿਵੇਕ, ਵੈਰਾਗ, ਖਟ ਸੰਪੱਤੀ ਅਤੇ ਮੁਮੁਕਸ਼ਤਾ, ਫਿਰ ਅਸੀਂ ਇਸ ਗੁਰਬਾਣੀ ਦੇ ਸਿਧਾਂਤ ਨੂੰ ਸੁਣਨ ਦੇ ਅਧਿਕਾਰੀ ਬਣ ਸਕਦੇ ਹਾਂ। ਉਹਨਾਂ ਚਿਰ ਨਹੀਂ। ਪਹਿਲਾ ਕਰਮ ਹੈ, ਦੂਸਰੀ ਉਪਾਸਨਾ ਹੈ। ਫਿਰ ਕਰਮ ਦੀ ਫਿਲਾਸਫੀ ਬਹੁਤ ਗਹਿਰੀ ਹੈ ਸਾਧ ਸੰਗਤ ਜੀ। ਕਰਮ ਦਾ ਪ੍ਰਤੀਪਾਦਨ ਬਹੁਤ ਗਹਿਰਾ ਹੈ। ਕਰਮ ਕੀ ਹੈ, ਅਕਰਮ ਕੀ ਹੈ, ਵਿਕਰਮ ਕੀ ਹੈ। ਕੇਵਲ ਇੰਨਾ ਸ਼ਬਦ ਬੋਲ ਕੇ ਆਪਾਂ ਖਹਿੜਾ ਛਡਾ ਦਿੰਦੇ ਹਾਂ ਵੀ ਇਹ ਕਰਮਕਾਂਡ ਹੈ, ਬਸ ਇਹਦੇ ਨਾਲ ਖਹਿੜਾ ਛੁੱਟਦਾ ਨਹੀਂ। ਇਹ ਤਾਂ ਬਾਅਦ ਦੀ ਗੱਲ ਹੈ। ਤਾਂ ਕਹਿਣ ਤੋਂ ਮੁਰਾਦ ਹੈ ਕਿ ਆਪਾਂ ਜਦੋਂ ਗੁਰੂ ਸ਼ਰਨ ਵਿੱਚ ਤਾਂ ਜਾ ਸਕਦੇ ਹਾਂ, ਪਹਿਲਾਂ ਮਲ ਅਤੇ ਵਿਖੇਪ ਹਟਾਉਣਾ ਪਏਗਾ। ਤਦ ਵਿਧੀ ਪ੍ਰਣਿਪਾਤੇਨ ਪਰਿਪ੍ਰਸ਼ਨੇਨ ਸੇਵਿਆ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤਦ ਵਿਧੀ ਪ੍ਰਣਿਪਾਤੇਨ, ਤੂੰ ਗੁਰੂ ਸ਼ਰਨ ਵਿੱਚ ਜਾ, ਪਰ ਕਿਵੇਂ ਜਾ? ਵਿਧੀ ਪ੍ਰਣਿਪਾਤੇਨ, ਨਿਮਰਤਾ ਦੇ ਧਾਰਨ ਕਰਕੇ। ਪਹਿਲਾਂ ਮਰਨ ਕਬੂਲ। ਗੁਰੂ ਸ਼ਰਨ ਵਿੱਚ ਜਾਣ ਦੀ ਵਿਧੀ ਕੀ ਹੈ? ਤੂੰ ਪਹਿਲਾਂ ਨਿਮਰਤਾ ਧਾਰਨ ਕਰ। ਪ੍ਰਣਿਪਾਤੇਨ, ਡੰਡੌਤ ਕਰ ਜਾ ਕੇ ਪਹਿਲੇ, ਆਪਣਾ ਸਾਰਾ ਕੁਛ ਅਹੰਕਾਰ ਛੱਡ ਕੇ ਫਿਰ ਗੁਰੂ ਸੇਵਾ ਕਰ। ਜਦੋਂ ਗੁਰੂ ਦੀ ਪ੍ਰਸੰਨਤਾ ਤੇਰੇ 'ਤੇ ਹੋਵੇ, ਫਿਰ ਪਰਿਪ੍ਰਸ਼ਨੇਨ ਸੇਵਿਆ, ਪਰਿਪ੍ਰਸ਼ਨੇਨ ਸੇਵਿਆ, ਤੂੰ ਸੇਵਾ ਕਰ। ਜਿਸ ਦਿਨ ਪ੍ਰਸੰਨਤਾ ਹੋ ਜਾਏ ਤੇਰੇ 'ਤੇ, ਫਿਰ ਤੂੰ ਜਗਿਆਸਾ ਪੂਰਵਕ ਗੁਰੂ ਤੋਂ ਪੁੱਛ। ਤਰਕ ਕਰਕੇ ਗੁਰੂ ਤੋਂ ਤੈਨੂੰ ਕੁਛ ਨਹੀਂ ਮਿਲਣਾ, ਜਗਿਆਸਾ ਨਾਲ ਮਿਲਣਾ ਆ। ਇਹ ਵਿਧੀ ਹੈ। ਅਤੇ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਆਪਾਂ ਨੂੰ ਸੰਕੇਤ ਕਰਦੀ ਹੈ ਕਿ ਸੰਸਾਰ ਨਸ਼ਵਰ ਹੈ, ਸੰਸਾਰ ਅਸੱਤ ਹੈ, ਝੂਠਾ ਹੈ, ਮਿੱਥਿਆ ਹੈ। ਜਦੋਂ ਆਪਾਂ ਨੂੰ ਸੰਸਾਰ ਦਾ ਪੂਰਨ ਤਰ੍ਹਾਂ ਨਿਸ਼ਚੈ ਹੋ ਜਾਏਗਾ ਵੀ ਇਹ ਮਿੱਥਿਆ ਹੈ, ਅਤੇ ਉਦੋਂ ਸਾਡੇ ਦੁੱਖ ਦੀ ਨਿਵਰਤੀ ਹੋ ਜਾਏਗੀ। ਦੁੱਖ ਦੀ ਨਿਵਰਤੀ ਹੋਣਾ ਹੀ ਸੁੱਖ ਦੀ ਪ੍ਰਾਪਤੀ ਹੈ। ਜਦੋਂ ਦੁੱਖ ਦੀ ਨਿਵਰਤੀ ਹੋ ਜਾਏਗੀ ਤਾਂ ਫਿਰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਉਹ ਸਾਰੀ ਜਿਹੜੀ ਵਿਧੀ ਹੈ ਨਾ, ਉਹ ਸੱਚੇ ਪਾਤਸ਼ਾਹ ਸੰਕੇਤ ਕਰਦੇ। ਆਪਾਂ ਸੰਖੇਪ ਨਾਲ ਚੱਲਣਾ, ਸਮਾਂ ਘੱਟ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ। ਇਹ ਸੰਸਾਰ ਝੂਠਾ ਤਾਂ ਹੈ, ਪਰ ਇਹਨੂੰ ਸਮਝਣ ਵਾਸਤੇ ਯੁਕਤੀ ਕੀ ਹੈ? ਇਹ ਯੁਕਤੀ ਵੀ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਜੁਗਤੀ ਦੀ ਪਛਾਣ ਉਹਨੂੰ ਆਉਂਦੀ ਹੈ। ਜੁਗਤੀ ਵੀ ਦੱਸ ਦਿੰਦਾ ਗੁਰੂ, ਪਰ ਪਛਾਣ ਨਹੀਂ ਆਉਂਦੀ। ਜੁਗਤੀ ਤਾਂ ਬਹੁਤ ਆਪਾਂ ਸੁਣਦੇ ਰਹਿੰਦੇ ਹਾਂ ਗੁਰੂ ਦੇ ਕੋਲੋਂ, ਪਰ ਜੁਗਤੀ ਅੰਦਰ ਘਟਦੀ ਨਹੀਂ। ਉਹਦੇ ਵਾਸਤੇ ਸਾਨੂੰ ਅਨੁਭਵ ਚਾਹੀਦਾ। ਗੁਰੂ ਦੇ ਕੋਲੋਂ ਅਨੁਭਵ ਵੀ ਮਿਲਦਾ ਹੈ। ਅਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੁਗਤੀ ਇਹ ਦੱਸਦੇ ਵੀ ਸੰਸਾਰ ਕਿਵੇਂ ਝੂਠਾ, ਜੈਸੇ ਜਲ ਤੇ ਬੁੱਧ ਬੁੱਧਾ।
ਇਸ ਪ੍ਰਕਾਰ ਝੂਠਾ ਆ ਜਿਵੇਂ ਜਲ ਦੇ ਉੱਤੇ ਬੁੱਧਬਦਾ। ਵੇਖਣ ਨੂੰ ਤੇ ਇਹ ਬੜੀਆਂ ਪੰਕਤੀਆਂ ਸਰਲ ਲੱਗਦੀਆਂ। ਆਪਾਂ ਬੁਲਬੁਲੇ ਸਾਰਿਆਂ ਨੇ ਦੇਖਿਆ ਜਲ ਦੇ ਉੱਤੇ ਵੀ ਬੁਲਬੁਲਾ ਕਿੰਨੀ ਕੁ ਚਿਰ ਟਿਕਦਾ ਆ, ਕਦੋਂ ਪੈਦਾ ਹੁੰਦਾ, ਕਦੋਂ ਮਿਟ ਜਾਂਦਾ ਆ, ਕਿੰਨੀ ਕੁ ਦੇਰ ਲੱਗਦੀ ਹੈ। ਸੰਸਾਰ ਵੀ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦਾ ਹੀ ਹੈ। ਪਰ ਆਪਾਂ ਨੂੰ ਸਾਰੀ ਜ਼ਿੰਦਗੀ ਕਦੀ ਇਸ ਤਰ੍ਹਾਂ ਲੱਗਿਆ ਵੀ ਸੰਸਾਰ ਬੁਲਬੁਲੇ ਵਰਗਾ ਹੈ? ਕਦੀ ਵੀ ਨਹੀਂ। ਬੁਲਬੁਲੇ ਦੇ ਪਿੱਛੇ ਕੀ ਹੈ, ਬੁਲਬੁਲੇ ਦੇ ਪਿੱਛੇ ਬੈਕਗਰਾਉਂਡ ਕੀ ਹੈ, ਬੁਲਬੁਲਾ ਕਿਉਂ ਹਮਾਰੇ ਨੇ ਦ੍ਰਿਸ਼ਟਾਂਤ ਦਿੱਤਾ ਭਾਈ ਵੀ ਸੰਸਾਰ ਬੁਲਬੁਲੇ ਵਰਗਾ ਹੈ। ਬੁਲਬੁਲੇ ਦੇ ਨਾਲ ਬੁਲਬੁਲੇ ਦਾ ਜੋ ਅਧਿਸ਼ਠਾਨ ਹੈ, ਆਧਾਰ ਹੈ, ਉਹਨੂੰ ਦੇਖਣਾ ਪਏਗਾ ਕਿ ਬੁਲਬੁਲਾ ਹੈ ਕਿੱਥੇ, ਪੈਦਾ ਕਿੱਥੋਂ ਹੋਇਆ, ਰਹਿੰਦਾ ਕਿੱਥੇ ਹੈ। ਜਲ ਦੇ ਵਿੱਚੋਂ ਪੈਦਾ ਹੋਇਆ ਹੈ, ਜਲ ਦੇ ਵਿੱਚ ਹੀ ਦਿਖਾਈ ਦਿੰਦਾ ਹੈ ਤੇ ਜਲ ਦੇ ਵਿੱਚ ਹੀ ਵਿਲੀਨ ਹੋ ਜਾਂਦਾ ਹੈ। ਇਹ ਹੈ ਬੁਲਬੁਲੇ ਦੀ ਬੈਕਗਰਾਉਂਡ। ਬੁਲਬੁਲੇ ਦੀ ਪਿੱਛੇ ਸਿਧਾਂਤ ਹੈ ਕਿ ਬੁਲਬੁਲੇ ਦਾ ਆਧਾਰ ਕੀ ਹੈ? ਜਲ ਚਲਦਾ ਹੈ, ਮਲ ਦਾ ਅਰਥ ਪਾਪ। ਜਲ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਕੱਲੇ ਬੁਲਬੁਲੇ ਦੀ ਗੱਲ ਨਹੀਂ ਹੈ। ਜਲ, ਤਰੰਗ, ਅਰ, ਫੇਨ, ਬੁੱਧਬਦਾ। ਉਹਨੂੰ ਖੋਲ੍ਹਣ ਵਾਸਤੇ ਭਗਤ ਨਾਮਦੇਵ ਜੀ ਮਹਾਰਾਜ ਤੋਂ ਪੁੱਛ ਲਓ ਕਿ ਬੁਲਬੁਲੇ ਦੀ ਬੈਕਗਰਾਉਂਡ ਕੀ ਹੈ। ਉਹ ਕਹਿੰਦੇ ਵੀ ਇਕੱਲੇ ਬੁਲਬੁਲੇ ਦੀ ਗੱਲ ਨਹੀਂ, ਤੈਨੂੰ ਹੋਰ ਥੋੜ੍ਹਾ ਵਿਸਤਾਰ ਨਾਲ ਦੱਸਦੇ ਹਾਂ। ਕੀ ਕਹਿੰਦੇ ਆ ਵੀ ਜਲ, ਤਰੰਗ, ਅਰ, ਫੇਨ, ਬੁੱਧਬਦਾ, ਜਲ ਤੇ ਭਿੰਨ ਨਾ ਹੋਈ। ਇਹ ਇਸ ਦਾ ਉੱਤਰ ਹੈ। ਜੈਸੇ ਜਲ ਤੇ ਬੁੱਧਬਦਾ, ਉਸ ਦਾ ਉੱਤਰ ਹੈ ਭਗਤ ਨਾਮਦੇਵ ਜੀ ਦਿੰਦੇ ਵੀ ਕਿਵੇਂ। ਜਿਵੇਂ ਤਰੰਗ, ਤਰੰਗ ਕੀ ਹੈ? ਲਹਿਰ। ਲਹਿਰ ਪਾਣੀ ਨਾਲੋਂ ਅਲੱਗ ਉਹਦਾ ਕੋਈ ਅਸਤਿਤਵ ਨਹੀਂ, ਸੱਤਾ ਨਹੀਂ ਹੈ। ਕਿਉਂਕਿ ਜੋ ਕਾਰਜ ਹੁੰਦਾ ਨਾ, ਕਾਰੀਏ, ਉਸ ਦਾ ਕਾਰਨ ਤੋਂ ਬਿਨਾਂ ਉਸ ਦੀ ਕੋਈ ਸੱਤਾ ਹੀ ਨਹੀਂ ਹੁੰਦੀ। ਉਹ ਕਾਰਨ ਰੂਪ ਹੀ ਹੁੰਦਾ ਹੈ। ਤੇ ਜਿਸ ਦੇ ਵਿੱਚੋਂ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ। ਤੇ ਇੱਥੇ ਸਤਿਗੁਰੂ ਜੀ ਆਪਾਂ ਨੂੰ ਸੰਕੇਤ ਇਹ ਕਰ ਰਿਹਾ ਵੀ ਜਿਸ ਤਰ੍ਹਾਂ ਜਲ ਦੇ ਵਿੱਚ ਬੁੱਧਬੁਦਾ ਹੈ, ਉਹਨੂੰ ਸਮਝ ਭਈ ਉਹ ਕੇਵਲ ਜਲ ਰੂਪ ਹੀ ਹੈ। ਜਲ ਤੋਂ ਬਿਨਾਂ ਉਸ ਦੀ ਕੋਈ ਸੱਤਾ ਹੀ ਨਹੀਂ ਹੈ। ਥੋੜ੍ਹੀ ਦੇਰ ਵਾਸਤੇ ਫਿਰ ਦਿਖਾਈ ਤੇ ਦੇ ਰਿਹਾ, ਦਿਖਾਈ ਜ਼ਰੂਰ ਦੇ ਰਿਹਾ, ਪਰ ਭ੍ਰਾਂਤੀ ਕਾਰਨ। ਭ੍ਰਾਂਤੀ ਹੈ ਆਪਾਂ ਨੂੰ ਭਈ ਇਹ ਜਲ ਨਾਲੋਂ ਅਲੱਗ ਹੈ ਥੋੜ੍ਹੀ ਦੇਰ। ਉਹ ਸਾਡੀ ਭ੍ਰਾਂਤੀ ਹੈ। ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਜਲ ਹੈ, ਤੇ ਫਿਰ ਕੀ ਬੁੱਧਬਦਾ ਨਾਸ ਹੋਇਆ ਜਾਂ ਪੈਦਾ ਹੋਇਆ? ਬੁੱਧਬਦਾ ਹੈ ਹੀ ਨਹੀਂ, ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ। ਰੱਸੀ ਦੇ ਵਿੱਚ ਆਪਾਂ ਨੂੰ ਸੱਪ ਦਿਸਿਆ ਰਾਤ ਨੂੰ ਹਨੇਰੇ ਵਿੱਚ, ਤੇ ਇੱਕਦਮ ਆਪਾਂ ਡਰ ਕੇ ਪਿੱਛੇ ਡਿੱਗ ਪੈਂਦੇ ਹਾਂ, ਬੁਖਾਰ ਹੋ ਜਾਂਦਾ, ਡਰ ਜਾਂਦੇ ਹਾਂ। ਤੇ ਜਦੋਂ ਗਿਆਨ ਹੋ ਗਿਆ, ਸੱਪ ਕਿੱਥੇ ਚਲਾ ਗਿਆ? ਸੱਪ ਹੈ ਹੀ ਨਹੀਂ ਸੀ। ਕਾਰਨ ਇਹ ਹੋਇਆ ਵੀ ਆਪਾਂ ਨੂੰ ਸੱਪ ਦਾ ਜਿਹੜਾ ਆਸਰਾ ਸੀ ਉਹਦਾ ਗਿਆਨ ਨਹੀਂ ਸੀ, ਰੱਸੀ ਬਾਰੇ ਗਿਆਨ ਨਹੀਂ ਸੀ, ਤੇ ਆਪਣੀ ਭਰਮ ਨੇ ਹੀ ਸੱਪ ਦਾ ਰੂਪ ਧਾਰਨ ਕਰ ਲਿਆ। ਇਸੇ ਹੀ ਤਰ੍ਹਾਂ ਜਦੋਂ ਆਪਾਂ ਨੂੰ ਜਲ ਦੇ ਵਿੱਚ ਭੁਲੇਖਾ ਪੈ ਗਿਆ ਤੇ ਆਪਣੀ ਭ੍ਰਾਂਤੀ ਹੀ ਬੁੱਧਬਦਾ ਰੂਪ ਹੋ ਗਈ। ਤੇ ਜਦੋਂ ਭਰਮ ਦਾ ਗਿਆਨ ਹੋ ਗਿਆ, ਭਰਮ ਖਤਮ ਹੋ ਗਿਆ। ਮਹਾਦੇਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਐਸਾ ਜੈਸੇ ਜਲ ਤੇ ਬੁੱਧਬਦਾ, ਉਪਜੈ ਬਿਨਸੈ ਨੀਤ। ਇਸ ਤਰ੍ਹਾਂ ਜਿਵੇਂ ਬੁੱਧਬਦਾ ਉਪਜੈ ਬਿਨਸੈ, ਉਹ ਹਰ ਰੋਜ਼ ਪੈਦਾ ਹੁੰਦਾ ਰਹਿੰਦਾ ਹੈ, ਹਰ ਰੋਜ਼ ਨਾਸ ਹੁੰਦਾ ਰਹਿੰਦਾ ਹੈ। ਇਹ ਸੰਸਾਰ ਵੀ ਇਸ ਤਰ੍ਹਾਂ ਦਾ ਹੈ ਕਿ ਇਹ ਜਦੋਂ ਤੋਂ ਪੈਦਾ ਹੋਇਆ ਹੈ ਨਾ, ਹੁਣ ਸੰਸਾਰ ਆਪਾਂ ਕਹਾਂਗੇ ਵੀ ਹਰ ਰੋਜ਼ ਕਿਵੇਂ ਨਾਸ ਹੋ ਰਿਹਾ। ਆਪਾਂ ਹਿਸਾਬ ਲਾ ਲਈਏ ਵੀ ਨਾਸ ਹੋਣ ਦੀ ਆਪਣੇ ਕੋਲ ਕੋਈ ਨਿਸ਼ਾਨੀ ਹੈ ਕਿ ਨਹੀਂ? ਆਪਣੇ ਸਰੀਰ ਵੱਲ ਦੇਖ ਲਓ। ਜਿੱਦਣ ਤੋਂ ਸਰੀਰ ਪੈਦਾ ਹੋਇਆ ਹੈ, ਉਦਣ ਤੋਂ ਨਾਸ ਹੋ ਰਿਹਾ ਕਿ ਜਾਂ ਵੱਧ ਰਿਹਾ? ਬਾਲ ਤੋਂ ਜਵਾਨ, ਜਵਾਨ ਤੋਂ ਬਿਰਧ, ਬਿਰਧ ਤੋਂ ਸਮਾਪਤੀ। ਸੰਸਾਰ ਜਗਤ ਕਿਸ ਨੂੰ ਕਹਿੰਦੇ ਨੇ? ਸੰਸਾਰ ਕਿਸ ਦਾ ਨਾਮ ਹੈ? ਜਗਤ ਕਿਸ ਦਾ ਨਾਮ ਹੈ? ਸੰਸਰਤੀ ਤੀ ਸੰਸਾਰਹ ਗਛਤੀ ਤੀ ਜਗਤ। ਜੋ ਚੱਲਦਾ ਰਹੇ ਉਹਨੂੰ ਸੰਸਾਰ ਕਹਿੰਦੇ ਆ, ਤੇ ਚੱਲਣਾ ਹੀ ਤਾਂ ਸਮਾਪਤੀ ਹੈ। ਉਪਜੈ ਬਿਨਸੈ ਨੀਤ। ਹਰ ਰੋਜ਼ ਜੋ ਹੈ ਸੰਸਾਰ ਦੀ ਉਤਪੱਤੀ ਤੇ ਵਿਨਾਸ਼। ਭਾਵ ਜਿਹੜਾ ਸੰਸਾਰ ਇਸ क्षण ਵਿੱਚ ਹੈ, ਦੂਸਰੇ क्षण ਵਿੱਚ ਨਹੀਂ ਹੈ। ਜਿਹੜਾ ਸੰਸਾਰ ਹੁਣ ਵਰਤਮਾਨ ਵਿੱਚ ਹੈ, ਅਗਲੇ ਪਲ ਵਿੱਚ ਨਹੀਂ ਹੈ। ਇਹ ਹੀ ਹੈ ਹਰ ਰੋਜ਼ ਉਪਜਣਾ ਤੇ ਬਿਨਸਣਾ। ਉਪਜੈ ਬਿਨਸੈ ਨੀਤ ਦਾ ਅਰਥ ਕੀ ਹੈ? ਵਰਤਮਾਨ ਇਹੋ ਹੀ ਹੈ ਜਿਹੜਾ ਆਪਣੇ ਸਾਹ ਦੇ ਵਿੱਚ ਹੈ, ਦੂਸਰੇ ਸਾਹ ਵਿੱਚ ਵਰਤਮਾਨ ਦੂਸਰਾ ਹੋ ਜਾਏਗਾ, ਪਹਿਲਾ ਭੂਤ ਵਿੱਚ ਚਲਾ ਜਾਏਗਾ, ਖਤਮ ਹੋ ਗਿਆ। ਉਪਜੈ ਬਿਨਸੈ ਨੀਤ। ਇਹ ਕਹਿੰਦੇ ਬੁੱਧਬਦੇ ਦਾ ਤੈਨੂੰ ਦ੍ਰਿਸ਼ਟਾਂਤ ਦਿੱਤਾ ਵੀ ਜਿਵੇਂ ਬੁਲਬੁਲਾ ਹਰ ਰੋਜ਼ ਪੈਦਾ ਹੁੰਦਾ ਆ ਤੇ ਨਸ਼ਟ ਹੁੰਦਾ ਆ।
ਜਗ ਰਚਨਾ ਤੈਸੇ ਰਚੀ, ਜੈਸੇ ਤੈਸੇ, ਜੈਸੇ ਤੇ ਤੈਸੇ ਦਾ ਆਪਸ ਵਿੱਚ ਸੰਬੰਧ ਹੁੰਦਾ। ਜਿਵੇਂ ਬੁਲਬੁਲਾ ਤਿਵੇਂ, ਤੈਸੇ ਦਾ ਅਰਥ ਤਿਵੇਂ। ਜਗ ਰਚਨਾ ਉਸੇ ਪ੍ਰਕਾਰ ਜਗਤ ਦੀ ਰਚਨਾ ਹੈ। ਤੈਸੇ ਰਚੀ, ਕਿਸ ਨੇ ਰਚੀ ਹੈ? ਜਗ ਦੀ ਰਚਨਾ ਕੀਤੀ ਕਿਹਨੇ? ਬੁਲਬੁਲਾ ਕਿਹਨੇ ਬਣਾਇਆ? ਦ੍ਰਿਸ਼ਟਾਂਤ ਤਾਂ ਹੀ ਘਟੇਗਾ ਨਾ, ਦਾਰ ਦ੍ਰਿਸ਼ਟਾਂਤ ਤਾਂ ਘਟਦਾ ਪਹਿਲੇ ਦ੍ਰਿਸ਼ਟਾਂਤ ਦੀ ਸਮਝ ਹੋਵੇ। ਬੁਲਬੁਲਾ ਕਿਹਨੇ ਬਣਾਇਆ? ਬੁਲਬੁਲ ਦੀ ਰਚਨਾ ਕਿਹਨੇ ਕੀਤੀ? ਜਲ ਨੇ ਤਾਂ ਕੀਤੀ ਨਹੀਂ ਨਾ, ਆਪਾਂ ਹੀ ਕੀਤੀ ਹੈ। ਕਿਹਨੇ ਕੀਤੀ ਹੈ? ਹਵਾ ਨੇ। ਹਵਾ ਨੇ। ਤੇ ਬੁਲਬੁਲੇ ਦੀ ਰਚਨਾ ਜਿਹੜੀ ਹੈ ਜਿਵੇਂ ਕੀਤੀ ਹਵਾ ਨੇ ਕੀਤੀ, ਹਵਾ ਖਤਮ ਹੋ ਗਈ ਤੇ ਤਰੰਗ ਵੀ ਖਤਮ, ਬੁਲਬੁਲਾ ਵੀ ਖਤਮ। ਤੇ ਉਸ ਦੀ ਰਚਨਾ ਦਾ ਕਾਰਨ ਕੌਣ ਹੋਇਆ? ਹਵਾ। ਜਲ ਉਹਦੀ ਰਚਨਾ ਦਾ ਕਾਰਨ ਨਹੀਂ, ਆਪਾਂ ਉਹਦੀ ਰਚਨਾ ਦਾ ਕਾਰਨ ਨਹੀਂ, ਤੇ ਭੁਲੇਖਾ ਆਪਾਂ ਨੂੰ ਪੈ ਗਿਆ। ਇਸੇ ਪ੍ਰਕਾਰ ਇਹ ਸੰਸਾਰ ਕਹਿੰਦੇ ਜਗ ਰਚਨਾ ਤੈਸੇ ਰਚੀ। ਕਿਹਨੇ ਰਚੀ ਆ ਬਈ? ਇਹ ਪਰਮਾਤਮਾ ਨੇ ਤੇ ਰਚੀ ਨਹੀਂ। ਉਹ ਤੇ ਕਰਤਾ ਭੋਗਤਾ ਹੈ ਹੀ ਨਹੀਂ ਹੈ। ਉਹਨੇ ਨਾ ਕੁਛ ਕੀਤਾ ਹੈ ਤੇ ਨਾ ਉਹ ਕਰਦਾ ਹੀ ਹੈ। ਇਹ ਫਿਰ ਕਿਹਨੇ ਬਣਾਇਆ ਸੰਸਾਰ? ਜਿਵੇਂ ਹਵਾ ਨੇ ਬੁਲਬੁਲਾ ਬਣਾਇਆ, ਉਸੇ ਪ੍ਰਕਾਰ ਇਹ ਸੰਸਾਰ ਕਦੋਂ ਬਣਿਆ? ਮਾਇਆ ਉਪਾਧੀ ਧਾਰਨ ਕਰਕੇ ਬਣਿਆ। ਜਦੋਂ ਮਾਇਆ ਸਬਲ ਹੋ ਗਿਆ ਉਦੋਂ ਕੀ ਹੋਇਆ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਉਦੋਂ ਪੈਦਾ ਹੋਇਆ ਇਹ ਸੰਸਾਰ। ਜਦੋਂ ਮਾਇਆ ਉਪਾਧੀ ਧਾਰਨ ਕੀਤੀ, ਭਾਵ ਇਸ ਸੰਸਾਰ ਦੀ ਰਚਨਾ ਦਾ ਕਾਰਨ ਕੌਣ ਹੈ? ਮਾਇਆ, ਪਰਮਾਤਮਾ ਨਹੀਂ। ਇੱਕ ਆ ਮਾਈ। ਮਾਈ ਦਾ ਅਰਥ ਕੀ ਹੈ? ਮਾਇਆ ਵਾਲਾ। ਮਾਈ ਦਾ ਅਰਥ ਮਾਇਆ ਵੀ ਨਹੀਂ ਹੈ। ਇੱਕ ਆ ਮਾਈ ਦਾ ਅਰਥ ਕੀ ਹੈ? ਮਾਇਆ ਵਾਲਾ। ਇਹ ਮਾਇਆਮ ਤੂੰ ਪ੍ਰਕਿਰਤੀ ਵਿਦਿਆਤ ਮਾਇਨਮ ਤੂੰ ਮਹੇਸ਼ਵਰਮ, ਵੇਦ ਦਾ ਸਿਧਾਂਤ ਹੈ। ਮਾਇਆਮ ਤੂੰ ਪ੍ਰਕਿਰਤੀ ਵਿਦਿਆਤ, ਮਾਇਆ ਕੀ ਹੈ? ਪ੍ਰਕਿਰਤੀ ਹੈ। ਮਾਇਨਮ ਤੂੰ ਮਹੇਸ਼ਵਰਮ, ਈਸ਼ਵਰ ਕੌਣ ਹੈ? ਮਾਈ। ਮਾਈ ਦਾ ਅਰਥ ਕੌਣ ਹੈ? ਮਾਇਆ ਵਾਲਾ। ਧਨ ਵਾਲੇ ਨੂੰ ਕੀ ਕਹਿੰਦੇ ਆਪਾਂ? ਧਨੀ। ਮਾਇਆ ਵਾਲੇ ਨੂੰ ਕੀ ਕਹਿੰਦੇ ਆ? ਮਾਈ। ਸੱਚੇ ਪਾਤਸ਼ਾਹ ਕਹਿੰਦੇ ਮਾਈ। ਮਾਈ ਭਾਵ ਈਸ਼ਵਰ ਜੋ ਹੈ ਮਾਇਆ ਸਹਿਤ ਹੋ ਕਰਕੇ ਉਸ ਦਾ ਨਾਮ ਹੋ ਗਿਆ ਮਾਈ। ਜਦੋਂ ਮਾਇਆ ਦੇ ਸਹਿਤ ਹੋਇਆ ਤੇ ਉਹਨੂੰ ਫਿਰ ਕਿਹੋ ਜਿਹਾ ਦਿਖਣ ਲੱਗ ਗਿਆ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ, ਤਿੰਨਾਂ ਰੂਪਾਂ 'ਚ ਦਿਖਣ ਲੱਗ ਗਿਆ। ਇਹਦਾ ਮਤਲਬ ਪਰਮਾਤਮਾ ਤਿੰਨ ਰੂਪ ਹੋ ਗਿਆ? ਨਹੀਂ, ਮਾਇਆ ਦਿਖਾ ਰਹੀ ਹੈ ਤਿੰਨਾਂ ਰੂਪਾਂ 'ਚ। ਮਾਇਆ ਦਿਖਾਉਂਦੀ ਹੈ ਉਹ ਤਾਂ ਇੱਕ ਹੈ, ਇੱਕੋ ਹੈ ਭਾਈ, ਇੱਕੋ ਹੈ। ਸਿਧਾਂਤ ਹੈ ਵੀ ਉਹ ਇੱਕੋ ਹੀ ਹੈ, ਇੱਕ ਹੀ ਰਹੇਗਾ, ਪਹਿਲਾਂ ਵੀ ਹੁਣ ਵੀ ਅੱਗੇ ਨੂੰ। ਫਿਰ ਤਿੰਨਾਂ ਰੂਪਾਂ 'ਚ ਕਿਹਨੇ ਦਿਖਾਇਆ? ਮਾਇਆ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬੁਲਬੁਲਾ ਪੈਦਾ ਹੋਇਆ ਉਵੇਂ ਹੀ ਭਾਈ ਸਮਝ ਲੈ ਇਸ ਦੀ ਰਚਨਾ ਕਰਨ ਵਾਲੀ ਕੌਣ ਹੈ? ਮਾਇਆ। ਕਹੋ ਨਾਨਕ ਸੁਨ ਮੀਤ। ਹੈ ਮਿੱਤਰ, ਇਹ ਤੂੰ ਨਿਸ਼ਚੈ ਕਰ ਲੈ ਵੀ ਇਹ ਜਗਤ ਦੀ ਰਚਨਾ ਮਾਇਆ ਨੇ ਕੀਤੀ ਹੈ। ਤੇ ਮਾਇਆ ਖੁਦ ਵੀ ਕਿਆ ਹੈ? ਉਸ ਪਰਮਾਤਮਾ ਦੇ ਆਸਰਿਤ ਰਹਿੰਦੀ ਹੈ। ਉਹਦਾ ਅਧਿਸ਼ਠਾਨ, ਉਹਦਾ ਆਸਰਾ ਕੌਣ ਹੈ? ਬ੍ਰਹਮ, ਪਰਮਾਤਮਾ। ਮਾਇਆ ਵੀ ਜਦੋਂ ਗਿਆਨ ਹੋ ਗਿਆ ਤਾਂ ਖਤਮ ਹੋ ਜਾਏਗੀ। ਤੇ ਸੰਸਾਰ ਵੀ ਜਿਸ ਦਾ ਕਾਰਨ ਹੀ ਸੱਤ ਨਹੀਂ ਹੈ ਉਸ ਦਾ ਕਾਰਜ ਸੱਤ ਨਹੀਂ ਹੋ ਸਕਦਾ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਹਨ, ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ, ਕਹੋ ਨਾਨਕ ਬਿਨ ਹਰਿ ਭਜਨ ਪਰਤ ਤਾਹੇ ਜਮ ਫੰਦ। ਪ੍ਰਾਨੀ ਕਛੂ ਨ ਚੇਤਈ, ਪਰ ਪ੍ਰਾਣੀ ਸਾਵਧਾਨ ਨਹੀਂ ਹੁੰਦਾ। ਜਗਤ ਦੀ ਰਚਨਾ ਨੂੰ ਦੇਖ ਕੇ ਸਾਵਧਾਨ ਨਹੀਂ ਹੁੰਦਾ। ਉਹ ਹਮੇਸ਼ਾ ਹੀ ਅਵੇਸਲਾ ਹੈ, ਪ੍ਰਮਾਦ ਵਿੱਚ ਹੈ। ਪ੍ਰਾਨੀ ਕਛੂ ਨ ਚੇਤਈ, ਕੁਛ ਵੀ ਉਹਨੂੰ ਚੇਤੇ 'ਚ ਆਉਂਦਾ ਹੀ ਨਹੀਂ ਹੈ। ਕੀ ਕਾਰਨ ਕੀ ਹੈ? ਚੇਤਾ ਕਿਉਂ ਭੁੱਲ ਗਿਆ? ਕਿਉਂ ਨਹੀਂ ਸਾਵਧਾਨ ਹੁੰਦਾ? ਮਦ ਮਾਇਆ ਕੈ ਅੰਧ। ਉਹ ਸੰਸਾਰ ਦੇ ਮਾਇਕ ਜਿਹੜੇ ਪਦਾਰਥ ਆ ਨਾ, ਉਹਨਾਂ ਦੇ ਨਸ਼ੇ ਵਿੱਚ ਅੰਨਾ ਹੋ ਗਿਆ। ਉਸ ਦੇ ਜਿਹੜੇ ਨੇਤਰ ਸਨ ਨਾ, ਜਿਨ੍ਹਾਂ ਨੇਤਰਾਂ ਨਾਲ ਉਸਨੇ ਦੇਖਣਾ ਸੀ, ਉਹਨੂੰ ਚੇਤਾ ਆਉਣਾ ਸੀ। ਪਹਿਲਾਂ ਵੀ ਆਪਾਂ ਵਿਚਾਰ ਕੀਤੀ ਵੀ ਅੰਦਰ ਵਾਲੇ ਨੇਤਰ ਨਹੀਂ ਹੈ, ਬਾਹਰ ਵਾਲੇ ਨੇਤਰ ਤੇ ਸਾਰਿਆਂ ਕੋਲ ਹੈ। ਫਿਰ ਵੀ ਮਹਾਰਾਜ ਕਹਿੰਦੇ ਉਹ ਅੰਧਾ ਹੈ। ਅੰਧਾ ਕੌਣ ਹੈ? ਜਿਹਦੇ ਨੇਤਰ ਨਹੀਂ ਉਹ ਅੰਧਾ ਹੁੰਦਾ ਹੈ ਕੀ? ਜਿਹਦੇ ਨੇਤਰ ਨੇਤਰ ਤਾਂ ਸਾਰਿਆਂ ਦੇ ਕੋਲ ਹੈ। ਜਿਹਨੂੰ ਜਮਾਂਦਰੂ ਨਹੀਂ ਦਿਸਦਾ ਉਹਨੂੰ ਆਪਾਂ ਅੰਨਾ ਕਵਾਂਗੇ?
ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ। ਉਹਨਾਂ ਨੂੰ ਅੰਨੇ ਨਾ ਕਹੋ ਜਿਨ੍ਹਾਂ ਦੇ ਨਜ਼ਰ ਨਹੀਂ ਆਉਂਦਾ। ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਉਹਨਾਂ ਨੂੰ ਕਹਿੰਦੇ ਅੰਨੇ ਜਿਹੜੇ ਖਸਮ ਤੋਂ ਵਿਛੜ ਗਏ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਪਦਾਰਥਾਂ ਨੇ ਇੰਨਾ ਗਰਸ ਲਿਆ ਕਿ ਮਦ ਮਾਇਆ ਕੇ ਅੰਧ। ਉਹਨੂੰ ਇਸ ਮਾਇਆ ਦੇ ਨਸ਼ੇ ਨੇ, ਪਦਾਰਥਾਂ ਦੀ ਸ਼ਰਾਬ ਦੇ ਨਸ਼ੇ ਨੇ ਅੰਨਾ ਕਰ ਦਿੱਤਾ। ਇਸ ਕਰਕੇ ਕਛੂ ਨਾ ਚੇਤਈ, ਉਹਨੂੰ ਦਿਸਦਾ ਨਹੀਂ, ਉਹਨੂੰ ਪਤਾ ਨਹੀਂ ਲੱਗਦਾ। ਫਿਰ ਕੀ ਜਦੋਂ ਇਸ ਤਰ੍ਹਾਂ ਹੋ ਗਿਆ, ਕੀ ਨਹੀਂ ਪਤਾ ਲੱਗਦਾ ਉਹਨੂੰ? ਇਹ ਨਹੀਂ ਪਤਾ ਲੱਗਦਾ ਵੀ ਸ਼ੁਭ ਕੀ ਹੈ ਤੇ ਅਸ਼ੁਭ ਕੀ ਹੈ, ਧਰਮ ਕੀ ਹੈ ਤੇ ਅਧਰਮ ਕੀ ਹੈ, ਪੁੰਨ ਕੀ ਹੈ ਤੇ ਪਾਪ ਕੀ ਹੈ। ਪਤਾ ਹੀ ਨਹੀਂ ਲੱਗਦਾ ਵੀ ਮੈਂ ਕਰ ਕੀ ਰਿਹਾ, ਨਹੀਂ ਪਤਾ ਲੱਗਦਾ। ਕਹੋ ਨਾਨਕ ਬਿਨ ਹਰ ਭਜਨ। ਜਦੋਂ ਫਿਰ ਉਸ ਨੂੰ ਮਾਇਆ ਨੇ ਗਰਸ ਲਿਆ, ਉਹਨੂੰ ਦਿਸਣੋਂ ਹਟ ਗਿਆ, ਖਸਮ ਨਾਲੋਂ ਵਿਛੜ ਗਿਆ, ਤੇ ਫਿਰ ਕੀ ਹੋਇਆ? ਭਜਨ ਚੇਤਾ ਭੁੱਲ ਗਿਆ, ਪਰਮਾਤਮਾ ਦਾ ਚੇਤਾ ਭੁੱਲ ਗਿਆ। ਹੁਣ ਅੰਨੇ ਬੰਦੇ ਨੂੰ ਕੋਈ ਬੰਦਾ ਆ ਕੇ ਉਸ ਦੀ ਡੰਗੋਰੀ ਪਕੜੇ, ਉਸ ਨੂੰ ਕੋਈ ਰਾਹ ਦਿਖਾਵੇ ਤੇ ਫਿਰ ਹੀ ਉਸ ਨੂੰ ਪਤਾ ਚੱਲੇ। ਉਹ ਜਾਂਦਾ ਵੀ ਨਹੀਂ ਕਿਸੇ ਦੇ ਕੋਲ, ਪੁੱਛਦਾ ਵੀ ਨਹੀਂ, ਤੇ ਕੋਈ ਆਣ ਕੇ ਕੋਈ ਆਪਣੇ ਆਪ ਆ ਕੇ ਤੇ ਕੋਈ ਦੱਸੇਗਾ ਨਹੀਂ, ਆਵਾਜ਼ ਮਾਰੇਗਾ ਫਿਰ ਪਤਾ ਲੱਗੇਗਾ। ਤੇ ਇਸ ਕਰਕੇ ਕਹਿੰਦੇ ਬਿਨਾਂ ਭਜਨ ਤੋਂ ਪਰਤ ਤਾਹੇ ਜਮ ਫੰਦ। ਫਿਰ ਉਹ ਜਾ ਕੇ ਪਰਤ ਭਾਵ ਡਿੱਗ ਪੈਂਦਾ ਆ, ਜਮਾਂ ਦੀ ਫਾਹੀ ਵਿੱਚ ਪੈ ਜਾਂਦਾ ਆ। ਕਿਉਂਕਿ ਬਿਨਾਂ ਭਜਨ ਤੋਂ ਬਿਨ ਹਰ ਭਜਨ ਨਹੀਂ ਛੁਟਕਾਰਾ। ਇਸ ਕਰਕੇ ਉਹ ਕਹਿੰਦੇ ਫਿਰ ਜਮਾਂ ਦੀ ਫਾਹੀ ਨੂੰ ਅੰਤ ਨੂੰ ਜਾ ਕੇ ਪੈ ਜਾਂਦਾ ਹੈ। ਜੋ ਸੁਖ ਕਉ ਚਾਹੈ ਸਦਾ, ਸਰਨ ਰਾਮ ਕੀ ਲੇਹ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਇਹ ਤੁਹਾਨੂੰ ਦੱਸਿਆ ਵੀ ਸੰਸਾਰ ਕਿਵੇਂ ਪੈਦਾ ਹੋਇਆ, ਤੇ ਸੰਸਾਰ ਜਦੀ ਇਸ ਪੈਦਾ ਹੋਏ ਝੂਠੇ ਸੰਸਾਰ ਦੇ ਵਿੱਚ ਕੋਈ ਗ੍ਰਸਤ ਹੋ ਜਾਏ ਤੇ ਉਹਦੀ ਆਹ ਹਾਲਤ ਹੁੰਦੀ ਹੈ। ਪਰ ਸਾਰੇ ਲੋਕਾਂ ਦਾ ਕੀ ਹੈ ਵੀ ਸੰਸਾਰ ਦੇ ਵਿੱਚ ਫਸ ਕਰਕੇ ਸੰਸਾਰ ਦੇ ਪਦਾਰਥਾਂ ਦਾ ਮੋਹ ਵੀ ਬਣਿਆ ਰਹੇ ਤੇ ਸੁੱਖ ਵੀ ਮਿਲ ਜਾਏ। ਸੱਚੇ ਪਾਤਸ਼ਾਹ ਕਹਿੰਦੇ ਦੋ ਕੰਮ ਨਹੀਂ ਹੋ ਸਕਦੇ, ਇੱਕ ਹੀ ਕੰਮ ਹੋਣਾ। ਜੋ ਸੁੱਖ ਕਉ ਚਾਹੇ ਸਦਾ। ਜੇ ਤੈਨੂੰ ਜੋ ਦਾ ਅਰਥ ਜੇ ਭਾਈ ਤੈਨੂੰ ਸੁੱਖ ਚਾਹੀਦਾ ਹੈ, ਕਿਹੜਾ ਸੁੱਖ? ਸਦਾ। ਸੁੱਖ ਤੇ ਹੈ ਨਾ ਆਪਣੇ ਸਾਰਿਆਂ ਕੋਲ, ਖਾਣ ਪੀਣ ਦਾ, ਬੈਠਣ ਦਾ, ਸੌਣ ਦਾ ਸੁੱਖ ਤੇ ਹੈ, ਪਰ ਸਦਾ ਨਹੀਂ। ਜਦੋਂ ਸੁੱਖ ਆਉਂਦਾ ਨਾਲ ਉਸੇ ਵੇਲੇ ਫਿਕਰ ਹੋ ਜਾਂਦਾ ਵੀ ਇਹ ਚਲੇ ਜਾਏਗਾ, ਪਤਾ ਵੀ ਸਦਾ ਵਾਲਾ ਨਹੀਂ ਹੈ। ਸੁੱਖ ਤੇ ਆਪਾਂ ਸਾਰੇ ਚਾਹੁੰਦੇ ਹਾਂ, ਪਰ ਸਦਾ ਵਾਲਾ ਚਾਹੁੰਦੇ। ਤੇ ਕਹਿੰਦੇ ਸੱਚੇ ਪਾਤਸ਼ਾਹ ਵੀ ਜੇ ਸਦਾ ਵਾਲਾ ਸੁੱਖ ਤੈਨੂੰ ਚਾਹੀਦਾ, ਜੋ ਸੁੱਖ ਕਉ ਚਾਹੇ ਸਦਾ। ਇਹ ਸਦਾ ਵਾਲਾ ਸੁੱਖ ਕਿਹੜਾ ਭਾਈ? ਜਿਹੜਾ ਬਾਅਦ ਵਿੱਚ ਜਾਵੇ ਨਾ। ਤੇ ਸੰਸਾਰ ਦਾ ਐਸਾ ਕੋਈ ਵੀ ਪਦਾਰਥ ਨਹੀਂ ਹੈ ਜਿਹੜਾ ਤੁਹਾਨੂੰ ਸਦਾ ਵਾਲਾ ਸੁੱਖ ਦੇ ਦੇਵੇ। ਨਾਰਦ ਜੀ ਮਹਾਰਾਜ ਨੇ ਪੁੱਛਿਆ ਜਾ ਕਰਕੇ ਮਹਾਤਮਾ ਦੇ ਕੋਲੋਂ, ਸਨਕ ਸਨੰਦਨ ਸਨਤ ਸਨੰਤ ਕੁਮਾਰ ਆਪਣੇ ਭਾਈਆਂ ਕੋਲੋਂ, ਮਹਾਤਮਾ ਕੋਲੋਂ ਪੁੱਛਿਆ ਭਈ ਸੱਚੇ ਕਹਿੰਦੇ ਹੈ ਮਹਾਤਮਾ ਜੀ ਮੈਂ ਬਹੁਤ ਜ਼ਿਆਦਾ ਵਿੱਦਿਆ ਪੜ੍ਹੀ ਹੈ, ਬਹੁਤ ਚਿੰਤਨ ਕੀਤਾ ਆ, ਪਰ ਮੇਰਾ ਸ਼ੌਕ ਨਹੀਂ ਹਟਦਾ, ਸ਼ੌਕ ਨੇ ਪਰੇਸ਼ਾਨ ਕੀਤਾ। ਮੈਂ ਸੁਣਿਆ ਵੀ ਜਿਹੜੇ ਆਤਮਵੇਤਾ ਪੁਰਸ਼ ਹੁੰਦੇ ਤਰਤੀ ਸ਼ੋਕ ਮਾਤਮ ਬਿਥ। ਮੈਂ ਸੁਣਿਆ ਵੀ ਮਹਾਤਮਾ ਜਿਹੜੇ ਸਾਧੂ ਲੋਕ ਆ ਉਹ ਸ਼ੋਕ ਤੋਂ ਪਾਰ ਕਰ ਦਿੰਦੇ ਆ। ਭਾਵ ਮੈਂ ਸੁਖੀ ਹੋਣਾ ਚਾਹੁੰਦਾ, ਤੇ ਉਹਨਾਂ ਨੂੰ ਕਹਿੰਦੇ ਵੀ ਕਿਰਪਾ ਕਰਕੇ ਦੱਸੋ ਵੀ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ। ਬੜਾ ਲੰਬਾ ਪ੍ਰਕਰਨ ਹੈ। ਅੰਤ ਤੇ ਮਹਾਤਮਾ ਲੋਕ ਕਹਿੰਦੇ ਸਨਕ ਸਨੰਦਨ ਜੀ ਕਿ ਹੈ ਨਾਰਦ ਜੀ ਮਹਾਰਾਜ, ਸੁੱਖ ਦੀ ਡੈਫੀਨੇਸ਼ਨ ਪਰਿਭਾਸ਼ਾ ਇਹ ਹੈ ਕਿ ਜੋ ਵਈ ਭੂਮਾ ਤਤ ਸੁਖਮ ਨਾ ਅਲਪੇ ਸੁਖ ਮਸਤੀ। ਅਲਪ ਜਿਹੜਾ ਪਰਿਛਨ ਹੈ, ਜਿਹੜਾ ਦਿਖਾਈ ਦੇ ਰਿਹਾ ਹੈ, ਜਿਹੜਾ ਕਾਰਯ ਰੂਪ ਹੈ ਸੰਸਾਰ, ਇਹਦੇ ਵਿੱਚ ਸੁੱਖ ਲੇਸ਼ ਮਾਤਰ ਵੀ ਨਹੀਂ ਹੈ। ਸੁੱਖ ਕੌਣ ਹੈ? ਜੋ ਵਈ ਭੂਮਾ, ਜੋ ਵਿਆਪਕ ਪ੍ਰਭੂ ਹੈ ਉਹ ਸੁੱਖ ਸਰੂਪ ਹੈ। ਬਾਕੀ ਅਲਪੇ ਸੁਖ ਮਨਾਸਤੀ ਹੈ ਨਹੀਂ ਸੁੱਖ। ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਸदैव ਸੁੱਖ ਤੈਨੂੰ ਚਾਹੀਦਾ ਨਾ, ਜੋ ਸੁੱਖ ਕਉ ਚਾਹੈ ਸਦਾ,
ਜਿਹੜਾ ਅਬਿਨਾਸੀ ਸੁੱਖ ਤੂੰ ਚਾਹੁੰਦਾ ਆ ਤੇ ਫਿਰ ਸ਼ਰਨ ਰਾਮ ਕੀ ਲੈ। ਤੂੰ ਰਾਮ ਦੀ ਸ਼ਰਨ ਵਿੱਚ ਚਲਾ ਜਾ। ਰਾਮ ਦਾ ਅਰਥ ਕੀ ਹੈ ਬਈ? ਰਾਮ ਸ਼ਬਦ ਸੁਣਦੇ ਸਾਰ ਹੀ ਆਪਾਂ ਨੂੰ ਕਿਹਦਾ ਖਿਆਲ ਆਉਂਦਾ ਆ? ਆਪਣੇ ਅੰਦਰ ਖਿਆਲ ਕਿਹਦਾ ਆਉਂਦਾ ਆ? ਆਪਾਂ ਵਾਦ ਵਿਵਾਦ ਵਿੱਚ ਨਹੀਂ ਪੈਣਾ। ਯਾਨੀ ਰਾਮ ਸ਼ਬਦ ਸੁਣਦੇ ਸਾਰ ਆਪਾਂ ਨੂੰ ਕਿਸੇ ਨੂੰ ਪਰਮਾਤਮਾ ਕਿਸੇ ਵਿਰਲੇ ਨੂੰ ਯਾਦ ਆਉਂਦਾ ਹੋਏਗਾ। ਕਿਉਂਕਿ ਰਾਮ ਜਿਹੜਾ ਸ਼ਬਦ ਹੈ ਨਾ, ਇਹ ਆਪਣੇ ਅੰਦਰ ਗਲਤ ਫਹਿਮੀ ਦਾ ਕਾਰਨ ਬਣ ਜਾਂਦਾ ਵੀ ਰਾਮ ਸਾਡਾ ਨਹੀਂ, ਰਾਮ ਤੇ ਹਿੰਦੂਆਂ ਦਾ ਆ, ਰਾਮ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਹੈ। ਤੇ ਫਿਰ ਆਪਾਂ ਇੱਥੇ ਰਾਮ, ਸੱਚੇ ਪਾਤਸ਼ਾਹ ਕਹਿੰਦੇ ਰਾਮ ਦੀ ਸ਼ਰਨ ਚਲਾ ਜਾ। ਉਹ ਕਿਹੜਾ ਰਾਮ ਹੈ ਜਿਹਦੀ ਸ਼ਰਨ ਵਿੱਚ ਕਹਿੰਦੇ ਜਾ? ਰਮੰਤੀ ਜੋਗੀ ਨੂੰ ਅਸਮਨਿਤੀ ਰਾਮਾ, ਜਿਹਦੇ ਵਿੱਚ ਮਹਾਤਮਾ ਲੋਕ ਰਮਣ ਕਰਦੇ, ਲੀਲਾ ਕਰਦੇ, ਖੇਲਦੇ ਆ, ਉਹ ਹੈ ਰਾਮ। ਜਿਵੇਂ ਇੱਕ ਲੌਕਿਕ ਆਪਾਂ ਕਦੀ ਸੁਣਿਆ ਹੋਏਗਾ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪ੍ਰਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਕਹਿੰਦੇ ਉਹ ਜਿਹੜਾ ਸਾਰਿਆਂ ਦੇ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਨਿਆਰਾ, ਉਹਦੀ ਸ਼ਰਨ ਵਿੱਚ ਚਲਾ ਜਾ ਜੇ ਤੈਨੂੰ ਸੁੱਖ ਚਾਹੀਦਾ। ਸ਼ਰਨ ਰਾਮ ਕੀ ਲੈ, ਉਸ ਰਾਮ ਦੀ ਸ਼ਰਨ ਵਿੱਚ ਜਾ। ਉਸ ਰਾਮ ਦੀ ਸ਼ਰਨ ਵਿੱਚ ਜਾਣਾ ਕਿਵੇਂ? ਉਹ ਰਾਮ ਕਿੱਥੇ ਰਹਿੰਦਾ? ਉਹ ਰਾਮ ਨੂੰ ਲੱਭਣਾ ਕਿੱਥੋਂ ਭਾਈ? ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਦਿਸਦਾ ਨਹੀਂ ਹੈ। ਸੰਤ ਸਹਾਈ ਰਾਮ ਕੇ, ਉਹਦੀ ਸਹਾਇਤਾ ਚਾਹੀਦੀ ਕਿਸੇ ਦੀ ਉਸ ਰਾਮ ਕੋਲ ਜਾਣ ਵਾਸਤੇ। ਉਹ ਕੌਣ ਹੈ? ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਉਹ ਰਾਮ ਨੂੰ ਮਿਲਾ ਸਕਦੇ ਨੇ ਜਿਹੜੇ ਉਸ ਦੇ ਨਾਲ ਅਭੇਦ ਹੋ ਚੁੱਕੇ ਆ। ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਜਾ, ਸੰਗਤ ਵਿੱਚ ਬੈਠ, ਤੇ ਫਿਰ ਕੀ ਹੋਏਗਾ? ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਇਸ ਕਰਕੇ ਤੈਨੂੰ ਕਹਿ ਰਹੇ ਹਾਂ ਵੀ ਭਾਈ ਇਹ ਜਿਹੜੀ ਮਨੁੱਖ ਦੇਹ ਤੈਨੂੰ ਪ੍ਰਾਪਤ ਹੋਈ ਹੈ ਬੜੀ ਦੁਰਲਭ ਹੈ। ਕੋਈ ਵੀ ਚੀਜ਼ ਜਿਹੜੀ ਦੁਰਲਭ ਹੋਵੇ ਨਾ, ਉਹਦੀ ਦੁਰਲਭਤਾ ਨੂੰ ਕਦੀ ਸਮਝੀਏ ਤਾਂ ਪਤਾ ਚੱਲਦਾ। ਸੰਸਾਰ ਵਿੱਚ ਫਿਰੋ, ਸਬਜ਼ੀ ਦੀ ਦੁਕਾਨ 'ਤੇ ਦੁਰਲਭਤਾ ਨਹੀਂ ਹੈ, ਬੜੇ ਲੋਕ, ਉੱਥੇ ਭੀੜ ਬੜੀ ਹੈ। ਉਹ ਤੋਂ ਬਾਅਦ ਕੋਈ ਸੌਦੇ ਵਾਲੀ ਦੁਕਾਨ 'ਤੇ ਚਲ ਜਾਓ, ਘਟ ਜਾਏਗਾ। ਸਭ ਤੋਂ ਘੱਟ ਭੀੜ ਕਿੱਥੇ ਆ? ਸੋਨੇ ਵਾਲੀ ਦੁਕਾਨ 'ਤੇ। ਉੱਥੇ ਬਹੁਤ ਭੀੜ ਨਹੀਂ ਲੱਗਦੀ, ਲੈਣ ਨਹੀਂ ਲੱਗਦੀ ਜਿੱਥੇ ਜੌਹਰੀ ਦੀ ਦੁਕਾਨ ਹੈ। ਦੁਰਲਭ ਹੈ ਨਾ। ਤੇ ਇਹ ਜਿਹੜੀ ਆਪਾਂ ਨੂੰ ਪ੍ਰਾਪਤ ਹੋਈ ਹੈ ਮਨੁੱਖ ਸਰੀਰ ਜਿਹੜਾ, ਇਹਦੀ ਦੁਰਲਭਤਾ ਆਪਾਂ ਨੂੰ ਪਤਾ ਲੱਗ ਰਿਹਾ ਨਹੀਂ। ਕਹਿੰਦੇ ਤੇ ਤੂੰ ਪ੍ਰਾਪਤ ਤੈਨੂੰ ਹੋਈ ਸੀ, ਪਰ ਕੌਡੀ ਬਦਲੇ ਜਾਏ। ਇਹ ਤਾਂ ਤੂੰ ਕੌਡੀਆਂ ਨੂੰ ਵੀ ਪਰੇ ਸੁੱਟ ਛੱਡੀ ਹੈ। ਪਤਾ ਨਹੀਂ ਚਰਨਕਾਲ ਪਾਈ ਦੁਰਲਭ ਦੇਹ, ਨਾਮ ਬਿਹੋਣੀ ਹੋਈ ਖੇਹ, ਪਸ਼ੂ ਪ੍ਰੇਤ ਮੁਗਧ ਤੇ ਬੁਰੀ। ਇਸ ਤਰ੍ਹਾਂ ਦੀ ਹੋਈ ਪਈ ਹੈ, ਪਰ ਦੁਰਲਭ ਹੈ। ਕਹਿੰਦੇ ਵੀ ਤੂੰ ਇਸ ਦੁਰਲਭ ਮਨੁੱਖ ਸਰੀਰ ਨੂੰ ਸਮਝ ਕਰਕੇ ਪ੍ਰਭੂ ਦੀ ਸ਼ਰਨ ਵਿੱਚ ਚਲਾ ਜਾ। ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ, ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਮਾਇਆ ਕਾਰਨ ਧਾਵਹੀ, ਧਾਵਹੀ ਦਾ ਅਰਥ ਹੁੰਦਾ ਧਾਵਨਾ, ਦੌੜਨਾ, ਭੱਜਣਾ, ਪਿੱਛੇ ਪਿੱਛੇ ਦੌੜਦੇ ਲੋਕ ਮਾਇਆ ਕਾਰਨ। ਮਾਇਆ ਕਾਰਨ ਭਾਵ ਮਾਇਆ ਦੀ ਪ੍ਰਾਪਤੀ ਵਾਸਤੇ ਲੋਕ ਦੌੜਦੇ ਆ। ਕੌਣ ਲੋਕ ਦੌੜਦੇ ਆ? ਮੂਰਖ। ਹੁਣ ਆਪਾਂ ਇਹ ਵਿਚਾਰ ਕਰਨੀ ਆ ਕਿ ਮਾਇਆ ਕਾਰਨ ਦੌੜ ਜਿਹੜੇ ਧਾਵਦੇ ਉਹਨਾਂ ਨੂੰ ਮਹਾਰਾਜ ਨੇ ਮੂਰਖ ਕਹਿ ਦਿੱਤਾ ਵੀ ਉਹ ਸਾਰੇ ਹੀ ਮੂਰਖ ਆ ਜਿਹੜੇ ਮਾਇਆ ਦੇ ਪਿੱਛੇ ਦੌੜਦੇ ਆ। ਆਪਾਂ ਆਪਣੀ ਗਿਣਤੀ ਇਹ ਦੇਖਣੀ ਵੀ ਕਿਹਦੇ ਵਿੱਚ ਹੈ। ਮਾਇਆ ਕਾਰਨ ਧਾਵਹੀ ਮੂਰਖ ਲੋਕ, ਉਹ ਮੂਰਖ ਨੇ ਜਿਹੜੇ ਮਾਇਆ ਦੇ ਪਿੱਛੇ ਦੌੜਦੇ ਆ। ਇਹ ਨਹੀਂ ਵੀ ਮਾਇਆ ਦੇ ਪਿੱਛੇ ਦੌੜਨ ਦਾ ਮਤਲਬ ਹੈ ਕਿ ਆਪਾਂ ਕੰਮ ਹੀ ਛੱਡ ਕੇ ਬਹਿ ਜਾਈਏ, ਇਹੋ ਜਿਹਾ ਮਤਲਬ ਨਹੀਂ ਹੈ। ਪਰ ਕਹਿੰਦੇ ਆ ਵੀ ਜੇ ਤੂੰ ਕਰੋੜਪਤੀ ਹੋਣ ਦੀ ਇੱਛਾ ਕਰਦਾ, ਸਹਿਸ ਖੱਟੇ ਲੱਖ ਕੋ ਉੱਠ ਧਾਵੈ। ਇਹ ਉਹਨਾਂ ਦੀ ਗੱਲ ਹੈ। ਸਹਿਸ ਖੱਟੇ ਲੱਖ ਕੋ ਉੱਠ ਧਾਵੈ। ਜੇ 100 ਪ੍ਰਾਪਤ ਹੋਇਆ ਤਾਂ ਲੱਖ ਚਾਹੀਦਾ, ਜੇ ਲੱਖ ਹੋਇਆ ਤਾਂ ਕਰੋੜ ਚਾਹੀਦਾ। ਉਹਨਾਂ ਨੂੰ ਕਹਿੰਦੇ ਮੂਰਖ। ਜਿਹੜੇ ਆਪਣਾ ਗੁਜ਼ਾਰਾ ਕਰਦੇ ਉਹ ਨਹੀਂ ਗੇ ਮੂਰਖ। ਜਿਹੜੇ ਕਰੋੜਪਤੀ ਬਣਨਾ ਚਾਹੁੰਦੇ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ? ਮਾਇਆ ਮਨੋ ਨਾ ਵੀਸਰੈ, ਮੰਗੈ ਦੰਮਾ ਦਮ। ਉਹਨਾਂ ਨੂੰ ਸਿਮਰਨ ਹੀ ਮਾਇਆ ਦਾ ਉਹਨਾਂ ਦੇ ਮਨ ਵਿੱਚ, ਹਰ ਸਵਾਸ ਦੇ ਨਾਲ ਮਾਇਆ। ਮਹਾਰਾਜ ਜੀ ਕਹਿੰਦੇ ਦੰਮਾ ਦਮ, ਹਰ ਦਮ ਦੇ ਨਾਲ।
ਤੇ ਚਾਹੀਦਾ ਹੀ ਤੈਨੂੰ ਬਈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੈਨੂੰ ਹਰ ਦਮ ਦੇ ਵਿੱਚ ਪਰਮਾਤਮਾ ਦੀ ਸੰਭਾਲ ਕਰਨੀ ਸੀ। ਮੇਰਾ ਦਮ ਜਿਹੜਾ ਹਰ ਇੱਕ ਮਾਇਆ ਦੇ ਨਾਲ ਆ ਰਿਹਾ, ਤੇ ਮਾਇਆ ਕਾਰਨ ਧਾਵ ਹੀ ਮੂਰਖ ਲੋਗ ਅਜਾਨ। ਮੂਰਖ ਵੀ ਕਿਹਾ, ਅਜਾਨ ਵੀ ਕਿਹਾ। ਅਜਾਨ ਦਾ ਮਰਤ ਕੀ ਹੈ? ਅਗਿਆਨੀ, ਅਣਜਾਣ। ਕਿਸ ਚੀਜ਼ ਦੇ ਅਗਿਆਨੀ ਆ? ਆਪਾਂ ਇੱਥੇ ਜਿੰਨੇ ਬੈਠੇ ਹਾਂ, ਕੋਈ ਕਹਿ ਦੇ ਵੀ ਤੂੰ ਬੜਾ ਅਗਿਆਨੀ ਆ, ਆਪਾਂ ਸਵੀਕਾਰ ਕਰਨ ਨੂੰ ਤਿਆਰ ਆ। ਉਹ ਕਹਿੰਦੇ ਤੇਰੇ ਵਰਗੇ ਇੱਥੇ ਬਹੁਤ ਫਿਰਦੇ ਮੱਤ ਦੇਣ ਵਾਲੇ। ਜੇ ਆਪਾਂ ਕਿਸੇ ਨੂੰ ਅਗਿਆਨੀ ਕਹਿ ਦਈਏ ਜਾਂ ਆਪਾਂ ਨੂੰ ਕੋਈ ਕਹਿ ਦੇ, ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਲੋਕ ਸਾਰੇ ਹੀ ਅਣਜਾਣ ਆ, ਅਗਿਆਨੀ ਆ, ਮੂਰਖ ਆ, ਜਿਹੜੇ ਮਾਇਆ ਦੇ ਪਿੱਛੇ ਦੌੜਦੇ ਆ। ਅਣਜਾਣ ਬੰਦਾ ਹੀ ਜਾਏਗਾ ਨਾ, ਉਸਨੂੰ ਪਤਾ ਹੈ, ਪਹਿਲੇ ਵੀ ਮਹਾਰਾਜ ਦੱਸ ਕੇ ਹਟਿਆ ਵੀ ਇਹ ਮਾਇਆ ਜਿਹੜੀ ਹੈ ਰਹਿਣ ਵਾਲੀ ਨਹੀਂ ਹੈ, ਇਹਨੇ ਸਮਾਪਤ ਹੋ ਜਾਣਾ, ਫਿਰ ਵੀ ਦੌੜਦੇ। ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ। ਤੇ ਜਦੋਂ ਇਸ ਤਰ੍ਹਾਂ ਦੌੜਦੇ ਆ ਤੇ ਫਿਰ ਕਹਿੰਦੇ ਵੀ ਬਿਨਾਂ ਭਜਨ ਤੋਂ, ਜਦੋਂ ਭਜਨ ਤੇ ਹੋ ਰਿਹਾ ਆ, ਇਹ ਨਹੀਂ ਵੀ ਭਜਨ ਨਹੀਂ ਹੋ ਰਿਹਾ, ਭਜਨ ਤੇ ਹੋ ਰਿਹਾ ਕਾਹਦਾ? ਮਾਇਆ ਦਾ। ਹਰ ਦਮ 'ਚ ਹੋ ਰਿਹਾ ਭਜਨ ਮਾਇਆ ਦਾ। ਤੇ ਮਾਇਆ ਇਹੋ ਜਿਹੀ ਹੈ ਸਾਧ ਸੰਗਤ ਜੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਇਹੋ ਜਿਹੀ ਆ ਕਿ ਇਹ ਕਿਸੇ ਨਾਲ ਪਿਆਰ ਕਰਦੀ ਨਹੀਂ ਹੈ। ਜਿੰਨਾ ਮਰਜ਼ੀ ਕੋਈ ਕਰਨਾ ਚਾਹੇ ਨਾ, ਪਰ ਜਿਹੜਾ ਇਹਦੇ ਨਾਲ ਖਾਸ ਕਰਕੇ ਪਿਆਰ ਕਰੇ ਉਹਨੂੰ ਕੀ ਕਰਦੀ ਹੈ? ਮਾਇਆ ਹੋਈ ਨਾਗਨੀ। ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਉਹਨੂੰ ਹੀ ਖਾਂਦੀ ਹੈ, ਉਹਨੂੰ ਖਤਮ ਕਰਦੀ ਜੋ ਇਹਦੀ ਸੇਵਾ ਕਰਦਾ। ਕਿਉਂਕਿ ਇਹ ਆਪਣੇ ਮਾਲਕ ਦਾ ਫਿਕਰ ਨਹੀਂ ਕਰਦੀ। ਖਸਮ ਮਰੈ ਤੋ ਨਾਰ ਨਾ ਰੋਵੈ। ਮਾਇਆ ਕਿਹੋ ਜਿਹੀ ਹੈ? ਖਸਮ ਮਰੈ ਤੋ ਨਾਰ ਨਾ ਰੋਵੈ। ਐਸੀ ਇਸਤਰੀ ਹੈ ਮਾਇਆ ਕਿ ਉਹਦਾ ਮਾਲਕ ਜਦੋਂ ਮਰ ਜਾਏ ਉਹਨੂੰ ਫਿਕਰ ਕੋਈ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਫਿਕਰ? ਉਸ ਰਖਵਾਰਾ ਔਰੋ ਹੋਵੇ। ਇੱਕ ਵਿਚਾਰਾ ਗਿਆ 10 ਤਿਆਰ ਆ ਵੀ ਇਹਨੂੰ ਬਾਹਰ ਪਹਿਲਾਂ ਲਿਜਾਓ, ਪਹਿਲਾਂ ਇਹਦੀ ਤਿਜੋਰੀ ਖੋਲ੍ਹੋ। ਮਾਇਆ ਡਰਦੀ ਨਹੀਂ ਹੈ, ਰੋਂਦੀ ਨਹੀਂ ਹੈ। ਉਸ ਰਖਵਾਰਾ ਔਰੋ ਹੋਵੇ। ਫਿਰ ਕੀ ਹੁੰਦਾ? ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਇਹਾਂ ਭੋਗ ਵਿਲਾਸ। ਇਹ ਐਸੀ ਮਾਇਆ ਹੈ। ਤਾਂ ਕਹਿੰਦੇ ਭਾਈ ਇਸ ਮਾਇਆ ਦੇ ਚੱਕਰ ਵਿੱਚ ਪੈ ਕੇ ਬਿਰਥਾ ਜਨਮ ਸਿਰਾਨ। ਸਾਰਾ ਹੀ ਤੇਰਾ ਜਿਹੜਾ ਜਨਮ ਹੈ ਨਾ ਬਿਰਥ ਚਲਾ ਜਾਂਦਾ ਹੈ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਨੀ ਨਿਸ ਦਿਨ ਭਜੈ। ਪਹਿਲਾਂ ਵੀ ਕਹਿ ਕੇ ਆਏ ਆ ਵੀ ਪਹਿਲਾਂ ਕਿਹੜੇ ਪ੍ਰਾਣੀਆਂ ਦੀ ਗੱਲ ਕੀਤੀ ਆ? ਜਿਹੜੇ ਹਰ ਦਿਨ ਹਰ ਸਵਾਸ ਦੇ ਵਿੱਚ ਮਾਇਆ ਦਾ ਚਿੰਤਨ ਕਰਦੇ ਆ। ਹੁਣ ਕਿਹੜੇ ਗੁਰਮੁਖਾਂ ਦੀ ਗੱਲ ਚੱਲੀ ਹੈ? ਜੋ ਪ੍ਰਾਨੀ ਨਿਸ ਦਿਨ ਭਜੈ। ਕੀ ਭਜਦੇ ਆ? ਨਿਸ ਦਿਨ ਸਵਾਸ ਸਵਾਸ ਕੀ ਕਰਦੇ ਆ? ਸਿਮਰਨ ਕਰਦੇ ਆ, ਨਾਮ ਜਪਦੇ ਆ, ਭਗਤੀ ਕਰਦੇ ਆ, ਚਿੰਤਨ ਕਰਦੇ ਆ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਜਿਹੜੇ ਹਰ ਸਵਾਸ ਦੇ ਨਾਲ ਉਸ ਪ੍ਰਭੂ ਦੀ ਬੰਦਗੀ ਕਰਦੇ ਆ, ਚਿੰਤਨ ਕਰਦੇ ਆ ਨਿਸ ਦਿਨ ਰਾਤ ਦਿਨ। ਉਹਨਾਂ ਦਾ ਨਾ ਸੌਂਦਿਆਂ ਵਿਸਰਦਾ ਤੇ ਨਾ ਜਾਗਦਿਆਂ। ਉਹ ਹਰ ਸਮੇਂ ਸੌਂਦੇ ਵਾਹ ਵਾਹ ਉਚਰੇ, ਉੱਠਦੇ ਭੀ ਵਾਹੋ ਕਰੇਨ। ਸੁੱਤੇ ਪੈ ਵੀ ਕਹਿੰਦੇ ਉਹ ਵਾਹ ਵਾਹ ਕਰਦੇ ਰਹਿੰਦੇ ਆ। ਉੱਠਦੇ ਭੀ ਵਾਹੋ ਕਰੇਨ। ਉੱਠਦੇ ਦਾ ਮਤਲਬ ਤੁਰੇ ਫਿਰਦੇ, ਸੁੱਤਿਆਂ ਬਹਿੰਦਿਆਂ ਉੱਠਦਿਆਂ ਜਦੋਂ ਵੀ ਚੱਲਦੇ ਨਾ, ਉੱਠਦੇ ਭੀ ਵਾਹੋ ਕਰੇਨ। ਕਿਉਂਕਿ ਉਹ ਜਾਗੇ ਹੋਏ ਆ, ਸੁੱਤੇ ਨਹੀਂ ਹੈ। ਸੁੱਤੇ ਹੋਏ ਕਹਿੰਦੇ ਵਾਹੋ ਵਾਹੋ ਕਰਦੇ ਦਾ ਮਤਲਬ ਕੀ ਹੋਇਆ? ਸੁੱਤਾ ਕੋਈ ਵਾਹੋ ਵਾਹੋ ਕਰਦਾ ਆ? ਕਿਉਂ ਕਹਿੰਦੇ ਆ ਸੱਚੇ ਪਾਤਸ਼ਾਹ ਵੀ ਸੌਂਦੇ ਭੀ ਵਾਹੋ ਵਾਹੋ ਉਚਰੇ। ਭਾਵ ਉਹ ਸੌਂਦੇ ਹੀ ਨਹੀਂ। ਗੁਰਮੁਖ ਜੋਗੀ ਜਾਗਦੇ ਮਾਇਆ ਵਿੱਚ ਕਰਨ ਉਦਾਸੀ। ਉਹ ਸੌਂਦੇ ਹੀ ਨਹੀਂ, ਉਹ ਜਾਗ ਗਏ ਆ। ਆਪਾਂ ਜਾਗੇ ਹੋਏ ਵੀ ਸੁੱਤੇ ਆ, ਉਹ ਸੁੱਤੇ ਹੋਏ ਵੀ ਜਾਗੇ ਆ। ਆਪਾਂ ਕਿਵੇਂ ਜਾਗੇ ਹੋਏ ਸੁੱਤੇ ਆ ਕਦੀ ਦੇਖਿਆ? ਦੀ ਆਪਾਂ ਕਦੀ ਹਿਸਾਬ ਲਾਇਆ ਵੀ ਆਪਾਂ ਜਾਗਦੇ ਹੋਏ ਕਿਵੇਂ ਸੁੱਤੇ ਆ? ਆਪਾਂ ਨੂੰ ਜਾਗਰਤ ਦੇ ਵਿੱਚ ਸੁਪਨ ਹੈ, ਉਹਨਾਂ ਨੂੰ ਸੁਪਨ ਦੇ ਵਿੱਚ ਵੀ ਜਾਗਰਤ ਹੈ। ਕਿਵੇਂ ਆਪਾਂ ਨੂੰ ਜਾਗਰਤ ਵਿੱਚ ਸੁਪਨ ਕਿਵੇਂ ਹੈ? ਆਪਾਂ ਸਾਰਿਆਂ ਹਿਸਾਬ ਲਾਇਆ ਵੀ ਆਪਾਂ ਇੱਥੇ ਬੈਠੇ ਆ, ਆਪਾਂ ਇੱਥੇ ਬੈਠੇ ਤੇ ਅੱਗੋਂ ਕੋਈ ਬੰਦਾ ਲੰਘਿਆ,
ਲਾਗੇ ਵਾਲੇ ਨੇ ਪੁੱਛਿਆ ਵੀ ਇੱਥੋਂ ਕਿ ਬੰਦਾ ਲੰਘਿਆ ਸੀ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਆਪਾਂ ਜਾਗਦੇ ਪਏ ਆ, ਕਈ ਵਾਰ ਆਪਾਂ ਜਾ ਰਹੇ ਹਾਂ ਬਾਜ਼ਾਰ 'ਚ ਤੁਰੇ ਜਾ ਰਹੇ ਹਾਂ, ਇੱਕਦਮ ਕਿਸੇ ਜਾ ਕੇ ਟੱਕਰ ਹੋਈ, ਉਹ ਕਹਿੰਦਾ ਤੈਨੂੰ ਦਿਸਦਾ ਨਹੀਂ? ਟੱਕਰ ਕਿਉਂ ਹੋਈ? ਕਿਉਂਕਿ ਆਪਾਂ ਜਾਗਦੇ ਹੋਏ ਸੁੱਤੇ ਸੀ। ਜੇ ਜਾਗਦੇ ਹੁੰਦੇ ਫਿਰ ਟੱਕਰ ਨਾ ਹੁੰਦੀ। ਕਿੱਥੇ ਗਏ ਹਾਂ ਆਪਾਂ? ਸੰਸਾਰ 'ਚ ਖੋਏ ਹੋਏ, ਪਤਾ ਨਹੀਂ ਕਿੱਧਰ ਗਏ ਹਾਂ। ਉਦੋਂ ਪਤਾ ਲੱਗ ਜਦੋਂ ਟੱਕਰ ਹੋਈ। ਭਾਵ ਆਪਾਂ ਜਾਗਰਤ ਵਿੱਚ ਸੁਪਨ ਲੈ ਰਹੇ ਹਾਂ। ਅਤੇ ਜਿਹੜੇ ਗੁਰਮੁਖੀ ਪ੍ਰਭੂ ਦੇ ਪਿਆਰੇ ਨਾ, ਉਹ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਜਾਗਦੇ ਰਹਿੰਦੇ ਆ। ਕਹਿੰਦੇ ਜਿਹੜੇ ਰਾਤ ਦਿਨ ਪ੍ਰਭੂ ਦਾ ਸਿਮਰਨ ਕਰਦੇ, ਰੂਪ ਰਾਮ ਤੇ ਜਾਨ, ਉਹ ਰਾਮ ਦਾ ਰੂਪ ਹੋ ਗਏ। ਉਹ ਹਰ ਹਰ ਜਨ ਦੋਈ ਏਕ ਹੈ, ਉਹ ਇੱਕ ਹੋ ਗਏ, ਰਾਮ ਵਰਗੇ ਹੋ ਗਏ। ਪਰ ਰਾਮ ਵਰਗੇ ਕਿਵੇਂ ਹੋ ਗਏ? ਰਾਮ ਵਰਗੇ ਕਿਵੇਂ ਹੋ ਗਏ? ਰਾਮ ਬਣ ਗਏ ਉਹ। ਤੇ ਪਹਿਲੇ ਹੀ ਦੱਸਿਆ ਵੀ ਰਾਮ ਕਿਹੋ ਜਿਹਾ ਵਾ? ਰਮੰਤ ਜੋਗਿਨ ਅਸਮਿਨ, ਭਾਵ ਜਿਹੜਾ ਵਿਆਪਕ ਹੈ, ਸਾਰਿਆਂ ਵਿੱਚ ਰਮਿਆ ਹੋਇਆ ਹੈ। ਤੇ ਉਹ ਰਾਮ ਵਰਗੇ ਹੋ ਗਏ। ਤੇ ਉਹ ਕਿਹੋ ਜਿਹੇ ਹੋ ਗਏ ਬਈ? ਸਾਰਿਆਂ ਦੇ ਵਿੱਚ ਵਿਆਪਕ ਜੋ ਰਾਮ ਸੀ ਉਹਦੇ ਨਾਲ ਮਿਲ ਗਏ। ਉਹਨਾਂ ਦੀ ਅਨੇਕਤਾ ਦੇ ਵਿੱਚ ਏਕਤਾ ਦ੍ਰਿਸ਼ਟੀ ਬਣ ਗਈ। ਉਹਨਾਂ ਦੇ ਵਿੱਚੋਂ ਆਕਾਰ ਖਤਮ ਹੋ ਗਿਆ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੀ ਹੈ? ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਏ। ਉਹਨਾਂ ਦੀ ਦ੍ਰਿਸ਼ਟੀ ਕਿਹੋ ਜਿਹੀ ਹੈ? ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ। ਇਹ ਹੈ ਰਾਮ ਵਰਗੇ ਹੋਣਾ। ਉਹਨਾਂ ਨੂੰ ਹਰੇਕ ਆਵਾਜ਼ ਰਾਮ ਹੀ ਰਾਮ ਆ ਰਿਹਾ, ਹਰੇਕ ਜਰੇ ਜਰੇ ਦੇ ਵਿੱਚੋਂ ਰਾਮ ਦੀ ਆਵਾਜ਼। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੋਈ ਵੀ ਆਵਾਜ਼ ਆਉਂਦੀ ਹੈ, ਕੋਈ ਪਸ਼ੂ ਪਕਸ਼ੀ, ਤੇ ਰਾਮ ਰਾਮ ਦੀ ਆਵਾਜ਼ ਹੈ। ਕਹਿੰਦੇ ਐਸੇ ਜਿਹੜੇ ਆ ਉਹ ਰਾਮ ਦਾ ਰੂਪ ਹੋ ਗਏ, ਅਭੇਦ ਹੋ ਗਏ। ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਭੇਦ ਨਹੀਂ ਰਹਿ ਗਿਆ, ਕੇਵਲ ਸਰੀਰ ਦਾ ਭੇਦ ਹੈ। ਤੇ ਐਸੇ ਜਿਹੜੇ ਆ ਰਾਮ ਦਾ ਰੂਪ ਹੋ ਗਏ। ਹਰ ਜਨ ਹਰ ਅੰਤਰ ਨਹੀਂ, ਜਿਹੜੇ ਜਪਦੇ ਜਪਦੇ ਰਾਮ ਦਾ ਰੂਪ ਹੋਏ ਗਏ, ਉਹ ਹਰੀ ਦੇ ਜਨ ਤੇ ਹਰੀ, ਉਹਨਾਂ ਚੱਕਰ ਅੰਤਰ ਭਾਵ ਫਰਕ ਨਹੀਂ ਹੈ, ਉਹ ਹਰੀ ਹੀ ਹੋ ਗਏ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਸੱਚੀ ਮੰਨ ਲੈ, ਨਿਸ਼ਚੈ ਕਰ ਲੈ ਕਿ ਹਰੀ ਤੇ ਹਰੀ ਦੇ ਭਗਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਪਰ ਇਹ ਸਾਧ ਸੰਗਤ ਜੀ, ਹਰੀ ਤੇ ਹਰੀ ਦੇ ਭਗਤ ਇੱਕੋ ਹਨ, ਉਹਨਾਂ ਵਿੱਚ ਅੰਤਰ ਨਹੀਂ ਹੈ। ਇਹ ਬੜਾ ਗੂੜ੍ਹ ਸਿਧਾਂਤ ਹੈ ਕਿ ਹਰੀ ਤੇ ਹਰੀ ਦੇ ਭਗਤਾਂ 'ਚ ਫਰਕ ਨਹੀਂ ਹੁੰਦਾ। ਇਹ ਆਮ ਬੰਦੇ ਦੇ ਸਮਝਣ ਦੀ ਗੱਲ ਵੀ ਨਹੀਂ ਹੈ। ਇਹ ਤੇ ਬ੍ਰਹਮਵਿਤ ਬ੍ਰਹਮੈਵ ਭਵਤੀ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਦਾ ਜੋ ਬੇਤਾ ਹੈ ਨਾ, ਉਹ ਹੈ ਬ੍ਰਹਮ ਗਿਆਨੀ, ਭਾਵ ਬ੍ਰਹਮ ਵਰਗਾ, ਰਾਮ ਵਰਗਾ। ਉਹਦੇ ਵਿੱਚ ਅੰਤਰ ਹੈ ਤੇ ਫਿਰ ਕਿੰਨਾ ਕੁ ਹੈ? ਅੰਤਰ ਤੇ ਆਪਾਂ ਨੂੰ ਤੇ ਦਿਖ ਰਿਹਾ ਆ, ਮਹਾਰਾਜ ਕਹਿੰਦੇ ਅੰਤਰ ਹੈ ਨਹੀਂ। ਦੋਵਾਂ ਵਿੱਚ ਅੰਤਰ ਹੈ ਨਹੀਂ ਹੈ, ਪਰ ਆਪਾਂ ਨੂੰ ਦਿਸਦਾ ਆ। ਜਿਹੜਾ ਦਿਸਦਾ ਅੰਤਰ, ਉਹਦਾ ਜਦੀ ਆਪਾਂ ਗੂੜ੍ਹ ਸਿਧਾਂਤ ਉਹਦੇ ਪਿੱਛੇ ਜਾਈਏ, ਅੰਤਰ ਕਿੰਨਾ ਗਿਆ? ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਫਰਕ ਕੀ ਹੈ? ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਵਿਖੈ, ਜੋ ਆਪਾਂ ਸ਼ੁਰੂ 'ਚੋਂ ਵਿਚਾਰ ਕੀਤੀ ਹੈ। ਜੇ ਫਰਕ ਲੱਗ ਰਿਹਾ ਤੇ ਇਹੋ ਹੀ ਹੈ ਜਿਵੇਂ ਜਲ ਦੇ ਵਿੱਚ ਤਰੰਗ। ਆਪਾਂ ਨੂੰ ਜਲ ਤੇ ਤਰੰਗ ਦੋਵੇਂ ਅਲੱਗ ਅਲੱਗ ਦਿਸਦੇ ਆ। ਸੱਚੇ ਪਾਤਸ਼ਾਹ ਕਹਿੰਦੇ ਓਨਾ ਹੀ ਫਰਕ ਹੈ, ਭਾਵ ਕਿ ਉਹ ਸਰੀਰ ਕਰਕੇ ਅਲੱਗ ਦਿਸ ਰਹੇ ਆ। ਜਿਵੇਂ ਤਰੰਗ ਜਲ ਨਾਲੋਂ ਅਲੱਗ ਦਿਖ ਰਹੀ ਹੈ, ਪਰ ਹੈ ਜਲ। ਤੇ ਉਹਨਾਂ ਦਾ ਸਰੀਰ ਜਿਹੜਾ ਨਾ ਆਪਾਂ ਨੂੰ ਸਾਹਮਣੇ ਆਕਾਰ ਦਿਖਾਈ ਦੇ ਰਿਹਾ ਹੈ, ਇਹ ਜਿੰਨਾ ਚਿਰ ਆਕਾਰ ਹੈ ਓਨਾ ਚਿਰ ਭਿੰਨਤਾ ਦਿਸ ਰਹੀ ਹੈ। ਇਸ ਐਸੋ ਜਿਹੇ ਜਿਹੜੇ ਪ੍ਰਭੂ ਦੇ ਪਿਆਰੇ, ਉਹਨਾਂ ਨੂੰ ਕਹਿੰਦੇ ਜੀਵਨ ਮੁਕਤ, ਜੀਂਦੇ ਹੋਏ ਮੁਕਤ। ਜਦੋਂ ਤੱਕ ਸਰੀਰ ਹੈ ਉਦੋਂ ਤੱਕ ਕੇਵਲ ਓਪਰਾ ਜਿਹਾ ਫਰਕ ਲੱਗਦਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਜੀਵਨ ਮੁਕਤ ਹੈ।
ਤੇ ਇਹ ਕਹਿੰਦੇ ਵੀ ਹਾਰੀ ਤੇ ਹਰੀ ਦੇ ਜਨਾਂ ਵਿੱਚ ਅੰਤਰ ਕੋਈ ਨਹੀਂ ਹੈ, ਨਾਨਕ ਸਾਚੀ ਮਾਨ। ਇਹ ਗੱਲ ਤੂੰ ਸੱਚੀ ਮੰਨ ਲੈ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰਿ ਭਜਨ, ਜੀਵਨ ਕਉਨੇ ਕਾਮ। ਮਨ ਮਾਇਆ ਮੈਂ ਫਦ ਰਹਿਓ, ਜਿਹੜਾ ਮਨ ਸੀ ਉਹ ਮਾਇਆ ਦੇ ਵਿੱਚ ਫਸ ਗਿਆ। ਜਦੋਂ ਮਾਇਆ ਦੇ ਵਿੱਚ ਫਸ ਗਿਆ ਤੇ ਮਾਇਆ ਨੇ ਕੀ ਕੀਤਾ, ਜਨ ਕੇ ਚਰਨ ਵਿਸਾਰੇ। ਐਸੀ ਮਾਇਆ ਹੈ ਕਿ ਉਹ ਜਦੋਂ ਆਈ ਨਾ ਤੇ ਉਹਨੇ ਫਿਰ ਕੌਤਕ ਕੀ ਕੀਤਾ, ਮਾਇਆ ਅਮਰ ਵਰਤਾਇਆ। ਅਮਰ ਭਾਵ ਐਸਾ ਕੌਤਕ ਵਰਤਾਇਆ ਮਾਇਆ ਨੇ ਕਿ ਆਪਣਾ ਸਰੂਪ ਭੁੱਲ ਗਿਆ। ਮਨ ਮਾਇਆ ਮੈਂ ਫਦ ਰਹਿਓ, ਮਨ ਜਿਹੜਾ ਸੀ ਮਾਇਆ ਦੇ ਵਿੱਚ ਫਸ ਗਿਆ। ਮਾਇਆ ਦੇ ਵਿੱਚ ਕਿਵੇਂ ਫਸ ਗਿਆ ਮਨ, ਬਿਸਰਿਓ ਗੋਬਿੰਦ ਨਾਮ, ਗੋਬਿੰਦ ਦਾ ਨਾਮ ਵਿਸਰ ਗਿਆ। ਗੋਬਿੰਦ ਹੈ ਤੇ ਮਾਇਆ ਹੈ, ਦੋ ਚੀਜ਼ਾਂ ਹਨ, ਗੋਬਿੰਦ ਤੇ ਮਾਇਆ। ਤੇ ਮਨ ਇੱਕ ਹੈ, ਜਾਂ ਤੇ ਉਹ ਗੋਬਿੰਦ ਦਾ ਭਜਨ ਕਰੇਗਾ ਜਾਂ ਮਾਇਆ ਦਾ ਭਜਨ ਕਰੇਗਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਾਇਆ ਦੇ ਵਿੱਚ ਫਸ ਗਿਆ ਤੇ ਗੋਬਿੰਦ ਭੁੱਲ ਗਿਆ। ਤੇ ਮਾਇਆ ਦੇ ਵਿੱਚ ਫਸਣ ਦਾ ਮਤਲਬ ਕੀ ਹੈ ਕਿ ਮਾਇਆ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਮਨ। ਮਨ ਨੂੰ ਪੈਦਾ ਕਰਨ ਵਾਲੀ ਕੌਣ ਹੈ, ਮਾਇਆ। ਉਹ ਮਾਇਆ ਦਾ ਸਰੂਪ ਹੀ ਹੈ, ਮਾਇਆ ਦਾ ਹੀ ਜਗਤ ਜਿਹੜਾ ਸਰੂਪ ਹੈ। ਪਹਿਲੇ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਰਚਨਾ ਹੀ ਮਾਇਆ ਨੇ ਕੀਤੀ ਹੈ। ਤੇ ਜਦੋਂ ਉਸ ਆਪਣੇ ਕਾਰਨ ਵੱਲ ਚਲਾ ਗਿਆ, ਜੇ ਗੋਬਿੰਦ ਦਾ ਨਾਮ ਉਹਨੂੰ ਤਾਂ ਯਾਦ ਆਊਗਾ ਜੇ ਇਸ ਪੰਕਤੀ ਦਾ ਵਿਚਾਰ ਹੋਏਗਾ ਕਿ ਮਨ ਤੂੰ ਜੋਤ ਸਰੂਪ ਹੈ। ਉਹਨੂੰ ਕੋਈ ਯਾਦ ਕਰਾਏਗਾ, ਜਦੋਂ ਹਲੌਰਾ ਦੇਗਾ ਕੋਈ, ਕਹੇਗਾ ਵੀ ਤੂੰ ਕਿੱਧਰ ਜਾਣਾ ਭਾਈ, ਤੂੰ ਤਾਂ ਜੋਤ ਸਰੂਪ ਹੈ। ਜੋਤ ਸਰੂਪ ਦਾ ਅਰਥ ਗੋਬਿੰਦ ਰੂਪ ਹੈ ਤੂੰ, ਮਨ ਤੂੰ ਜੋਤ ਸਰੂਪ ਹੈ। ਪਰ ਉਹਨੂੰ ਹਲਾਰਾ ਦੇ ਕੋਈ ਕਹੇ ਕਿ ਆਪਣਾ ਮੂਲ ਪਛਾਣ, ਕਿੰਨੇ ਹਲਾਰਾ ਦੇਣਾ? ਕੋਈ ਦੂਜਾ ਆ ਕੇ ਕੰਨੋਂ ਫੜ ਕੇ ਨਹੀਂ ਕਹੇਗਾ ਭਾਈ। ਜਿਹਦਾ ਮਨ ਹੈ, ਜਿਹੜਾ ਕਹਿੰਦਾ ਵੀ ਮੇਰਾ ਮਨ ਆ, ਉਹਨੂੰ ਪਤਾ ਆ ਵੀ ਮੇਰਾ ਮਨ ਠੀਕ ਨਹੀਂ ਹੈ। ਇਹ ਆਪਾਂ ਵੀ ਸਾਰੇ ਜਾਣਦੇ। ਆਪਾਂ ਨੂੰ ਆਪਣੇ ਮਨ ਦਾ ਪਤਾ, ਡਾਕਟਰ ਨਹੀਂ ਕਹਿ ਸਕਦਾ ਤੇਰਾ ਮਨ ਠੀਕ ਨਹੀਂ ਹੈ। ਆਪਾਂ ਖੁਦ ਜਾ ਕਰਕੇ ਕਹਿੰਦੇ ਆ ਵੀ ਮੇਰਾ ਮਨ ਅੱਜ ਠੀਕ ਨਹੀਂ ਹੈ। ਤੇ ਮਨ ਦਾ ਡਾਕਟਰ ਕੌਣ ਹੈ? ਆਪਾਂ। ਇਹ ਆਪਾਂ ਨੂੰ ਵੀ ਪਤਾ ਆ ਵੀ ਮੇਰਾ ਮਨ ਜਿਹੜਾ ਆ ਮਾਇਆ ਦੇ ਵਿੱਚ ਫਸਿਆ ਹੋਇਆ, ਇਹ ਆਪਾਂ ਨੂੰ ਪਤਾ ਆ। ਪਰ ਸਾਡੀ ਮਜਬੂਰੀ ਕੀ ਹੈ? ਭਗਤ ਜੀ ਮਹਾਰਾਜ ਜੀ ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਪਤਾ ਤਾਂ ਹੈ ਆਪਾਂ ਨੂੰ ਵੀ ਕਿ ਮੇਰਾ ਮਨ ਮਾਇਆ ਦੇ ਵਿੱਚ ਹੈ। ਦੂਸਰੇ ਨੇ, ਕਿਸੇ ਨੇ ਨਹੀਂ ਮਨ ਨੂੰ ਮਾਇਆ ਵਿੱਚੋਂ ਕੱਢਣਾ, ਖੁਦ ਹੀ ਕੱਢਣਾ ਪਏਗਾ। ਉਹ ਕਿਵੇਂ ਕੱਢਣਾ ਪਏਗਾ? ਮਨ ਦੇ ਸਾਕਸ਼ੀ, ਮਨ ਦੇ ਕੰਟਰੋਲਰ ਆਪਾਂ ਨੂੰ ਬਣਨਾ ਪਏਗਾ। ਮਨ ਦੇ ਪਿੱਛੇ ਨਹੀਂ ਲੱਗਣਾ ਪਏਗਾ। ਮਨ ਖਿੱਚ ਕੇ ਆਪਾਂ ਨੂੰ ਲਿਜਾ ਰਿਹਾ ਵਾ ਤੇ ਮਨ ਨੂੰ ਕੰਟਰੋਲ ਕਰਕੇ ਆਪਾਂ ਖਿੱਚਣਾ ਆ। ਆਪਾਂ ਉਹਨੂੰ ਸਾਵਧਾਨ ਕਰਨਾ ਵੀ ਆਪਣਾ ਮੂਲ ਪਛਾਣ, ਵੀ ਤੇਰਾ ਮੂਲ ਕੀ ਹੈ। ਭਾਵ ਤੇਰੇ ਮੂਲ ਪਿੱਛੇ ਕੌਣ ਹੈ ਜਿਹਦੀ ਸੱਤਾ ਨਾਲ ਤੂੰ ਚੱਲ ਰਿਹਾ, ਜਿਹੜਾ ਤੈਨੂੰ ਸੱਤਾ ਦੇ ਰਿਹਾ। ਮਨ ਵੀ ਜੜ ਹੈ, ਮਾਇਆ ਵੀ ਜੜ ਹੈ। ਸੱਤਾ ਕਿਹਦੀ ਹੈ? ਆਪਣੀ, ਜੋ ਆਪਣਾ ਸਰੂਪ ਹੈ। ਤੇ ਆਪਣਾ ਖਿੱਚਣਾ ਉਹਨੂੰ ਆਪਾਂ ਕਹਿੰਦੇ ਵੀ ਜਦੋਂ ਕੋਈ ਆਪਣੇ ਮਨ ਨੂੰ ਸਾਵਧਾਨ ਕਰ ਲਵੇ, ਮੂਲ ਨੂੰ ਪਛਾਣ ਲਵੇ, ਤੇ ਫਿਰ ਗੋਬਿੰਦ ਦਾ ਨਾਮ ਉਹਨੂੰ ਚੇਤਾ ਆਏਗਾ। ਫਿਰ ਜਦੋਂ ਮਨ ਨੂੰ ਖਿੱਚ ਕਰਕੇ ਵਸ ਕਰਕੇ, ਜਾਂ ਫਿਰ ਉਸ ਨੂੰ ਵਸ ਕਰਨ ਦਾ ਇੱਕ ਤਰੀਕਾ ਹੋਰ ਹੈ। ਉਹ ਕਿਹੜਾ ਆ? ਮਨ ਵੇਚੈ ਸਤਿਗੁਰ ਕੇ ਪਾਸ। ਅਸੀਂ ਤਾਂ ਸੌਦਾ ਹੋਰ ਚੀਜ਼ਾਂ ਦਾ ਕਰਦੇ ਹਾਂ ਭਾਈ। ਅਸੀਂ ਗੁਰੂ ਨੂੰ ਧੇਲੀ ਦੇ ਕੇ ਹਵੇਲੀ ਮੰਗਦੇ, ਗੁਰੂ ਨੂੰ ਮਨ ਨਹੀਂ ਵੇਚਦੇ। ਸਾਡਾ ਵਪਾਰ ਤਾਂ ਹੈ, ਪਰ ਵਪਾਰ ਗੁਰੂ ਨਾਲ ਵੀ ਲੋਕਾਂ ਵਾਲਾ ਹੀ ਹੈ, ਬਿਜ਼ਨਸ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰੂ ਨਾਲ ਵਪਾਰ ਕਰਨਾ ਤੇ ਗੁਰੂ ਤੇਰੇ ਕੋਲ ਧਨ ਸੰਪੱਤੀ ਕੁਛ ਨਹੀਂ ਮੰਗਦਾ। ਗੁਰੂ ਦਾ ਵੀ ਤੇਰੇ ਨਾਲ ਬਿਜ਼ਨਸ ਹੈ। ਜੇ ਗੁਰੂ ਦਾ ਪਾਰਟਨਰ ਬਣਨਾ ਤਾਂ ਫਿਰ ਕੀ ਚਾਹੀਦਾ ਹੀ? ਦੇ ਦੇ ਮਨ ਵੇਚੈ ਸਤਿਗੁਰ ਕੇ ਪਾਸ।
ਤੂੰ ਇੱਕ ਆਪਣਾ ਮਨ ਹੀ ਗੁਰੂ ਨੂੰ ਦੇ ਦੇ। ਇਹਦਾ ਦ੍ਰਿਸ਼ਟਾਂਤ ਸ਼ਾਇਦ ਆਪਾਂ ਸੁਣਿਆ ਹੋਊਗਾ, ਸਾਰਿਆਂ ਨੂੰ ਪਤਾ ਹੈ, ਅਸ਼ਟਾਵਕਰ ਦਾ ਤੇ ਰਾਜੇ ਜਨਕ ਦਾ ਸੁਣਿਆ ਨਾ ਸਾਰਿਆਂ ਨੇ। ਜਦੋਂ ਰਾਜੇ ਜਨਕ ਨੇ ਕਿਹਾ ਵੀ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖਣ ਦੇ ਸਮੇਂ 'ਚ ਕੋਈ ਗਿਆਨ ਕਰਾਵੇ ਤਾਂ ਮੈਂ ਮੰਨੂੰਗਾ। ਅਸ਼ਟਾਵਕਰ ਜੀ ਕਹਿੰਦੇ ਮੈਂ ਕਰਾਊਂਗਾ, ਬੈਠ ਇੱਥੇ ਥੱਲੇ। ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਤੂੰ ਕਹਿੰਦਾ ਵੀ ਤੂੰ ਸਿੰਘਾਸਣ 'ਤੇ ਬਹਿ ਤੇ ਮੈਂ ਥੱਲੇ ਬਵਾਂ, ਮੈਂ ਸਿੰਘਾਸਣ 'ਤੇ ਬਿਨਾਂ ਤੂੰ ਇੱਥੇ ਬੈਠ। ਸੱਤ ਬਚਨ ਜੀ ਕਹਿੰਦਾ, ਸੱਤ ਬਚਨ। ਅਤੇ ਜਦੋਂ ਫਿਰ ਘੋੜੇ ਦੀ ਪਹਿਲਾਂ ਬਚਨ ਹੋ ਗਿਆ ਸੀ ਵੀ ਮਨ ਤਨ ਧਨ ਸਾਰਾ ਮੈਨੂੰ ਦੇ ਦੇ, ਕਹਿੰਦਾ ਜੀ ਸੱਤ ਬਚਨ ਦਿੱਤਾ। ਫਿਰ ਕਹਿੰਦੇ ਰੱਖ ਘੋੜੇ ਦੀ ਰਕਾਬ 'ਤੇ ਪੈਰ। ਜਦੋਂ ਘੋੜੇ ਦੀ ਰਕਾਬ 'ਤੇ ਪੈਰ ਰੱਖਣ ਕਹਿੰਦਾ ਨਹੀਂ। ਅਸ਼ਟਾਵਕਰ ਜੀ ਕਹਿੰਦੇ ਲਾ ਲਾ। ਕਹਿੰਦਾ ਕਿਉਂ? ਕਹਿੰਦੇ ਸਾਰਾ ਕੁਛ ਤੇ ਮੇਰਾ, ਤੇਰੇ ਕੋਲ ਕੀ ਹੈ? ਤੇਰਾ ਪੈਰ ਕਿੱਥੋਂ ਆ ਗਿਆ ਬਈ? ਸਾਰਾ ਕੁਛ ਮੈਨੂੰ ਦੇ ਚੁੱਕਾ ਆ। ਤੇ ਕਹਿੰਦਾ ਮੇਰਾ ਸੰਕਲਪ ਹੈ। ਤੇ ਕਹਿੰਦੇ ਮਨ ਤੇ ਮੇਰਾ ਆ। ਅਸ਼ਟਾਵਕਰ ਜੀ ਕਹਿੰਦੇ ਵੀ ਮਨ ਤੂੰ ਦੇ ਚੁੱਕਾ ਗੁਰੂ ਨੂੰ, ਹੁਣ ਤੇਰਾ ਮਨ ਕਿੱਥੋਂ? ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੱਚੇ ਪਾਤਸ਼ਾਹ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ, ਗੁਰੂ ਨੂੰ ਨਹੀਂ ਦਿੱਤਾ, ਮਾਇਆ ਨੂੰ ਦਿੱਤਾ ਹੋਇਆ। ਤੇ ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਨੇ ਕਾਮ। ਇਸ ਕਰਕੇ ਕਹਿੰਦੇ ਆ ਵੀ ਬਿਨਾਂ ਭਜਨ ਤੋਂ ਜੀਵਨ ਕਿਸੇ ਕੰਮ ਵੀ ਨਹੀਂ ਆਇਆ, ਵਿਅਰਥ ਚਲਾ ਗਿਆ। ਜੀਵਨ ਮਿਲਿਆ ਸੀ ਕਾਹਦੇ ਵਾਸਤੇ? ਬਾਣੀ ਪੜ੍ਹਨ ਵਾਸਤੇ, ਨਾਮ ਜਪਣ ਵਾਸਤੇ, ਸੇਵਾ ਕਰਨ ਵਾਸਤੇ। ਪਰ ਮਾਇਆ ਦੇ ਲਾਲਚ ਵਿੱਚ, ਮਾਇਆ ਦੇ ਅਸਚਰਜ ਵਿੱਚ, ਮਾਇਆ ਦੇ ਕੌਤਕ ਵਿੱਚ ਫਸ ਗਿਆ। ਉਹ ਐਸੀ ਹੈ ਮਾਇਆ ਕਿ ਚਿੱਤਰ ਵਿਚਿੱਤਰ। ਕੈਸੀ ਮਾਇਆ ਹੈ? ਮਾਇਆ ਚਿੱਤਰ ਵਿਚਿੱਤਰ ਵਿਮੋਹਿਤ। ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਵੀ ਮਾਇਆ ਕਿਹੋ ਹੀ ਹੈ? ਚਿੱਤਰ ਵਿਚਿੱਤਰ, ਆਸ਼ਚਰੀਏ ਤੋਂ ਵੀ ਆਸ਼ਚਰੀਏ, ਹੈਰਾਨੀ ਤੋਂ ਵੀ ਹੈਰਾਨੀ ਕਰਨ ਵਾਲੀ। ਮਾਇਆ ਕਿਹਨੂੰ ਕਹਿੰਦੇ? ਮਾਇਆ ਕਿਹੋ ਜਿਹੀ ਹੈ? ਆ ਘਟਨਾ ਘਟੀ ਪਟੀ ਅਸੀਂ ਇਤੀ ਮਾਇਆ। ਜੋ ਨਾ ਘਟਦਾ ਹੋਵੇ ਉਹਨੂੰ ਵੀ ਘਟਾ ਕੇ ਦਿਖਾ ਦੇਵੇ, ਉਹ ਮਾਇਆ। ਜੇ ਮਾਇਆ ਨੂੰ ਸਿੱਧੇ ਅਰਥਾਂ ਵਿੱਚ ਸਮਝਣਾ ਹੋਵੇ, ਮਾਇਆ ਜਾਂ ਮਾਂ, ਜਦੋਂ ਆਪਾਂ ਲਿਖਦੇ ਹਾਂ ਨਾ ਹਿੰਦੀ ਦੇ ਵਿੱਚ ਮਾਇਆ, ਮਾਂ ਅਤੇ ਯਾ, ਅਤੇ ਜੇ ਸਿੱਧੇ ਅਰਥਾਂ 'ਚ ਮਹਾਤਮਾ ਕਹਿੰਦੇ ਸਮਝਣਾ ਤਾਂ ਪੁੱਠਾ ਕਰ ਦਿਓ, ਯਾ ਮਾਂ। ਯਾ ਨੂੰ ਪਹਿਲਾਂ ਕਰ ਦਿਓ, ਮਾਂ ਨੂੰ ਬਾਅਦ 'ਚ ਕਰ ਦਿਓ। ਮਾਂ ਦਾ ਅਰਥ ਹੁੰਦਾ ਨਹੀਂ, ਯਾ ਦਾ ਅਰਥ ਜੋ ਨਹੀਂ ਹੈ ਉਹ ਮਾਇਆ। ਤੇ ਕਹਿੰਦੇ ਵੀ ਇਸ ਮਾਇਆ ਦੇ ਚੱਕਰ 'ਚ ਤੇਰਾ ਜਨਮ ਬਿਰਥਾ ਚਲਾ ਗਿਆ ਭਾਈ। ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਜੀ ਤਾਂ ਬਹੁਤ ਕਰਦਾ ਆ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ ਹੈ, ਆਪਾਂ ਸੰਖੇਪ ਨਾਲ ਵਿਚਾਰ ਕੀਤੀ ਹੈ। ਵੈਸੇ ਤਾਂ ਦਾਸ ਨੂੰ ਵਿੱਚ ਬਿਠਾ ਦਿੱਤਾ ਮਹਾਂਪੁਰਖਾਂ ਨੇ। ਇਹ ਜਿਹੜੇ ਪਾਠ ਕਰਾ ਰਹੇ ਨੇ ਮੇਰੇ ਨਾਲ, ਅਤੇ ਜਿਹੜੇ ਇੱਧਰ ਸਾਈਡ 'ਤੇ ਬੈਠੇ ਨਾ ਸਾਰੇ ਹੀ ਸਾਧ ਸੰਗਤ ਜੀ, ਇਹ ਵੀ ਕੁਛ ਕੌਤਕ ਹੀ ਪਰਮਾਤਮਾ ਦਾ ਐਸਾ ਹੈ। ਜਿਹੜੇ ਦਸਮ ਦੇ, ਆਦਿ ਦੇ, ਸੂਰਜ ਪ੍ਰਕਾਸ਼ ਦੇ, ਅਤੇ ਸਾਰੇ ਮਤਲਬ ਗਿਆਨੀ ਸਿੰਘ ਨੇ। ਸਤਿਕਾਰਯੋਗ ਗਿਆਨੀ ਜਸਬੀਰ ਸਿੰਘ ਜੀ ਕੁਹਾਲੇ ਵਾਲੇ, ਜਿਹੜੇ ਬਹੁਤ ਚਿੰਤਕ ਅਤੇ ਚਿੰਤਨ ਕਰਨ ਵਾਲੇ। ਅਤੇ ਮੇਰੇ ਇੱਧਰ ਬੈਠੇ ਗਿਆਨੀ ਗੁਰਜੰਟ ਸਿੰਘ ਜੀ ਮਹਾਰਾਜ। ਇਹ ਸਾਰੇ ਚਿੰਤਨ ਕਰਨ ਵਾਲੇ ਮਹਾਤਮਾ ਮਾਨੋ, ਹਰ ਰੋਜ਼ ਚਿੰਤਨ ਕਰਨ ਵਾਲੇ। ਐਸੇ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਜੀ ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ। ਜਦੋਂ ਐਸੇ ਗੁਰਸਿੱਖਾਂ ਦੀ ਸੰਗਤ ਵਿੱਚ ਬੈਠੀਦਾ ਹੈ ਨਾ, ਅਤੇ ਫਿਰ ਬੋਲਣਾ ਆ ਜਾਂਦਾ ਆ, ਫਿਰ ਪਤਾ ਲੱਗ ਜਾਂਦਾ। ਨਹੀਂ ਤਾਂ ਸੱਚੇ ਪਾਤਸ਼ਾਹ ਕਹਿੰਦੇ, ਪਤਾ ਕੀ ਹਾਲ ਹੈ? ਇੱਕ ਮਾਇਆ ਦੀ ਗੱਲ ਫਿਰ ਯਾਦ ਆ ਗਈ। 1-2 ਮਿੰਟ ਮਹਾਰਾਜ ਕਹਿੰਦੇ ਬਈ ਜਿਹੜਾ ਮਾਇਆ ਦੇ ਵਿੱਚ ਫਸਿਆ ਨਾ, ਉਹ ਕਹਿੰਦੇ ਵੀ ਬੋਲ ਨਾ ਜਾਣੇ ਮਾਇਆ ਮਦ ਮਾਤਾ। ਜਿਹੜਾ ਮਾਇਆ ਦੇ ਮਦ ਵਿੱਚ ਮਸਤ ਹੈ, ਬੋਲ ਨਾ ਜਾਣੇ, ਉਹਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਅਤੇ ਜਾਂ ਫਿਰ ਜਿਹੜਾ ਬਹੁਤਾ ਹੀ ਮਸਤ ਹੋ ਜਾਏ, ਮਹਾਰਾਜ ਕਹਿੰਦੇ ਬੋਲਣ ਜਾਣੇ ਮਾਇਆ ਮਦ ਮਾਤਾ। ਬੋਲਣ ਜਾਣੇ, ਉਹਨੂੰ ਹੋਰ ਕੁਛ ਆਉਂਦਾ ਹੀ ਨਹੀਂ, ਬੋਲਣਾ ਹੀ ਆਉਂਦਾ, ਉਹ ਬੋਲਦਾ ਹੀ ਰਹਿੰਦਾ। ਅਤੇ ਇਹ ਜਿਹੜੇ ਬੋਲ ਆ ਨਾ, ਜਿਹੜੇ ਬੋਲ ਆ ਵਾ, ਇਹ ਬੋਲ ਤੇ ਪ੍ਰਮਾਤਮਾ ਜਿਉਂ ਬੁਲਾਵੇ ਤਿਉਂ ਬੋਲਾਂ। ਮੂਕ ਉਚਰਹਿ ਸ਼ਾਸਤਰ ਖਟ। ਜਿਹੜਾ ਗੁੰਗਾ ਆ ਉਹ ਕਹਿੰਦੇ 6 ਸ਼ਾਸਤਰਾਂ ਦੇ ਅਰਥ ਕਰਨ ਲੱਗ ਜਾਂਦਾ ਆ। ਪਿੰਗ ਗਿਰਨ ਚੜ੍ਹ ਜਾਏ, ਪਿੰਗਲਾ ਪਹਾੜ 'ਤੇ ਚੜ੍ਹ ਜਾਂਦਾ ਆ। ਪਰ ਕਿਵੇਂ ਚੜ੍ਹਦਾ?
ਅੰਧ ਲਖੈ ਅੰਨੇ ਨੂੰ ਦਿਖਣ ਲੱਗ ਜਾਂਦਾ, ਬਦਰੋ ਸੁਣੈ ਜਿਹੜਾ ਬੋਲਾ ਉਹਨੂੰ ਸੁਣਨ ਲੱਗ ਜਾਂਦਾ, ਪਰ ਉਹ 'ਚ ਸ਼ਰਤ ਇੱਕੋ ਹੀ ਹੈ, ਜੋ ਕਾਲ ਕਿਰਪਾ ਕਰਾਏ। ਕਾਲ ਦਾ ਅਰਥ ਹੈ ਪਰਮਾਤਮਾ ਕਿਰਪਾ ਕਰਦੇ ਅਤੇ ਪਰਮਾਤਮਾ ਦੇ ਪਿਆਰਿਆਂ ਦੀ ਕਿਰਪਾ ਹੋ ਜਾਏ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਉਹਨਾਂ ਦੀ ਕਿਰਪਾ ਹੋ ਜਾਏ ਤੇ ਕੁਛ ਕਹਿ ਸਕਦੇ ਹਾਂ। ਇਸ ਕਰਕੇ ਯਤਨ ਕੀਤਾ, ਇਹ ਅੱਜ ਆਪਾਂ ਵਿਚਾਰ ਕੀਤੀ ਹੈ। ਬਾਕੀ ਕੱਲ੍ਹ ਵੀ ਆਪਾਂ 6 ਸ਼ਲੋਕ ਜੋ ਬਾਕੀ ਵਾਲੇ ਆ, ਕੱਲ੍ਹ ਵੀ ਯਤਨ ਕਰਾਂਗੇ ਕਿ ਆਪਾਂ ਜੁੜ ਕਰਕੇ ਕੁਛ ਨਾ ਕੁਛ ਬੋਲ ਸਕੀਏ। ਜਿਹੜੇ ਮੇਰੇ ਨਾਲ ਆਏ ਨੇ ਗਿਆਨੀ ਸਿੰਘ ਅਤੇ ਆਪ ਜੀ ਸਾਰੇ ਬੈਠੇ ਹੋ, ਮਹਾਂਪੁਰਖਾਂ ਨੂੰ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੈਠ ਕਰਕੇ ਆਪਾਂ ਨੂੰ ਕੁਛ ਕਹਿਣ ਸੁਣਨ ਦਾ ਸਮਾਂ। ਬਹੁਤ ਸਤਿਕਾਰਯੋਗ ਸਾਡੇ ਡਾਕਟਰ ਪ੍ਰੋਫੈਸਰ ਕਸ਼ਮੀਰ ਸਿੰਘ ਜੀ ਬੈਠੇ, ਉਹਨਾਂ ਨੇ ਵੀ ਆਪ ਜੀ ਨੂੰ ਅੱਜ, ਕਿਉਂਕਿ ਬਹੁਤ ਹੀ ਸਾਡੀ ਸਿੱਖ ਪੰਥ ਦੀ ਮਹਾਨ ਜਰਨੈਲ ਜਿਹੜੇ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਕੇਵਲ ਲਿਖਿਆ ਹੀ ਨਹੀਂ, ਇਹ ਬਾਬਾ ਦੀਪ ਸਿੰਘ ਮਹਾਰਾਜ ਜੀ, ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਇੱਕ ਬਚਨ ਫਿਰ ਯਾਦ ਆ ਗਿਆ ਕਿ ਉਹਨਾਂ ਨੇ ਇਹ ਸਰੂਪ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਤੋਂ ਸੇਵਾ ਲਈ ਆ, ਪਰ ਉਹਨਾਂ ਨੇ ਗੁਰਬਾਣੀ ਨੂੰ ਕਿਵੇਂ ਆਧਾਰ ਬਣਾਇਆ ਜੀਵਨ ਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ ਆਓ। ਇਹ ਬਾਣੀ ਦੀ ਜਿਹੜੀ ਪੰਗਤੀ ਹੈ ਨਾ ਸਾਧ ਸੰਗਤ ਜੀ, ਵੀ ਜੇ ਤੈਨੂੰ ਪ੍ਰੇਮ ਦੀ ਗਲੀ ਵਿੱਚ ਆਉਣ ਦਾ ਚਾਅ ਹੈ ਤੇ ਫਿਰ ਕੀ ਕਰਨਾ ਪਏਗਾ, ਸਿਰ ਧਰ ਤਲੀ। ਅਤੇ ਉਹਨਾਂ ਨੇ ਭਾਵੇਂ ਕਿ ਅਧਿਆਤਮਿਕ ਅਰਥ ਵੀ ਹੋ ਸਕਦੇ ਆ, ਪਰ ਬਾਬਾ ਦੀਪ ਸਿੰਘ ਮਹਾਰਾਜ ਜੀ ਨੇ ਇਹ ਪੰਗਤੀ ਵਿਵਹਾਰਕ ਤੌਰ 'ਤੇ ਵੀ ਆਪਾਂ ਨੂੰ ਕਮਾ ਕੇ ਦਿਖਾਈ ਹੈ। ਭਈ ਪ੍ਰੇਮ ਦੀ ਖੇਡ ਖੇਡਣੀ ਹੈ, ਅਤੇ ਫਿਰ ਜਿਵੇਂ 75 ਸਾਲ ਦੇ ਬਾਬਾ ਜੀ ਨੇ ਰੱਖਿਆ ਨਾ ਸਿਰ ਤਲੀ 'ਤੇ, ਕਹਿੰਦੇ ਇਤਨਾ ਰੱਖ ਕੇ ਗੁਰਬਾਣੀ ਕਮਾਈ ਜਾਂਦੀ ਹੈ। ਅਤੇ ਹੋਈਆਂ ਭੁੱਲਾਂ ਦੀ ਮੁਆਫੀ ਆਪ ਨੇ ਅਸੀਸ ਬਖਸ਼ਣੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।